ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਿਦਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਸਵਾਗਤ ਤੁਹਾਡਾ ਸਾਰਿਆਂ ਦਾ ਤੁਹਾਡੇ ਫੇਵਰਿਟ ਪ੍ਰੋਗਰਾਮ ਫੋਨ ਕਾ ਫੰਡਾ 'ਚ। ਸੋ ਹਰ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਜੁੜਦੇ ਆ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਆ। ਮਿਊਜ਼ਿਕ ਵਾਲਾ ਸਫ਼ਰ ਚੱਲਦਾ ਹੈ, ਤੁਹਾਨੂੰ ਆਲਮੋਸਟ ਸਾਰਿਆਂ ਨੂੰ ਹੀ ਪਤਾ ਹੈ ਕਿਉਂਕਿ ਬਹੁਤ ਸਾਲਾਂ ਤੋਂ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਜੁੜੇ ਹੋਏ ਆ। ਸੋ ਜਿਹੜੇ ਨਵੇਂ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਲਈ ਮੈਂ ਦੱਸਦਾ ਕਿ ਕੀ ਕਰਨਾ ਹੈ। ਇਸ ਪ੍ਰੋਗਰਾਮ ਦਾ ਫੰਡਾ ਕੀ ਹੈ, ਸਿਰਫ ਇੱਕ ਫੋਨ ਕਾਲ करनी है, घर बैठे अपनी फरमाइश पूरी कर सकते हो, आपके फेवरेट सिंगर का गाना सुन सकते हो। तो फोन चुको, डायल करना है 92 161 92 162। इस नंबर पर तुम कॉल करके अपना नाम शहर का नाम तो दसना गाना किहड़े सिंगर का सुनना चाहते हो, बस इन्नी ही गल है। और जिथे आप हर एपीसोड के कोई ना कोई टॉपिक चकते हैं या कोई भी समाज वाला सेध देने वाला मैसेज वाली गल करते हैं या नॉलेज वाली गल करते हैं या हासे मजाक वाली कोई गल करते हैं या किसी दिन के उपर गल करते हैं। सो उन्हां विचों ही अज एक होर दिन हैगा, वो खास दिन की है वो दसांगा। फिलहाल देखो किन्ना बेसब्री नाल इंतजार करते हो कि कॉलर पहले ही जोड़ के बैठे हुए ने। फिलहाल एक कॉलर रेडी ने, उन्हां दा वेलकम करते हैं। हेलो हेलो जी, की हाल है जी? बहुत वधिया जी, तुसीं सुनाओ की हाल ने? मैं कहना तुहाडे क्या हाल है जी? हाय हाय हाय, बस साडे ख्यालां 'च ही रहा करो। ये जागदे जागदे ख्याल लेने रहने हो साडे एवरी टाइम। सत श्री अकाल ते वेलकम है। सब तो पहले अपना नाम दस दिओ ते कित्थों गल कर रहे हो? संजय कुमार मलिक यमुनानगर जी। संजय जी वेलकम, स्वागत। गाना किहड़े सिंगर दा सुनना? सरताज जी दा ला दो जी। सरताज जी दा सुनना चाहते हो, जरूर सुनावांगे। ते संजय जी एक मिनट फोन नहीं कटना, मैं तुहानूं दसदा जिवें बुधवार दा एपीसोड अद्धे घंटे दा हुंदा पर अज थोड़ा जिहा होर वड्डा है क्योंकि अज एक तां हैगा वर्ल्ड लीवर डे जिन्हों ਆਪਾਂ ਜਿਗਰ ਕਹਿੰਦੇ ਆ। ਸੋ ਲੀਵਰ ਡੇ ਦੇ ਉੱਪਰ ਆਪਾਂ ਗੱਲ ਕਰਨ ਵਾਲੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਆਪਾਂ ਬਹੁਤ ਸਾਰੀ ਭੱਜ ਦੌੜ ਦੇ ਵਿੱਚ ਲੱਗੇ ਹੋਏ ਆ, ਦੌਲਤ ਦੇ ਪਿੱਛੇ ਭੱਜ ਰਹੇ ਆ ਪਰ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ। ਬਹੁਤ ਸਾਰੀਆਂ ਬਿਮਾਰੀਆਂ ਨਵੀਆਂ ਡਿਸੀਜ਼ਸ ਆ ਜਿਹੜੀਆਂ ਆ ਰਹੀਆਂ ਨੇ, ਆਪਾਂ ਇਹ ਕਹਿ ਸਕਦੇ ਆ ਮਾਰਕੀਟ 'ਚ ਆ ਰਹੀਆਂ ਨੇ ਕਿਉਂਕਿ ਵੀ ਇੱਕ ਮਾਰਕੀਟ ਹੋ ਗਈ ਆ, ਪੈਰ ਤੇ ਇੱਕ ਨਵੀਂ ਡਿਸੀਜ਼ ਹੈ। ਸੋ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਸਵਾਲ ਹੈਗਾ ਜੇ ਲੀਵਰ ਨੂੰ ਲੈ ਕੇ ਤਾਂ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਅੱਜ ਇੱਕ ਬਹੁਤ ਹੀ ਖਾਸ ਸ਼ਖਸੀਅਤ ਹੈ ਸਾਡੇ ਰੂਬਰੂ ਕਰਾਂਗੇ ਤੁਹਾਡੇ ਵੀ ਜਿਹੜੇ ਕਿ ਡਾਕਟਰ ਨੇ, ਜਿਗਰ ਦੇ ਮਾਹਰ ਨੇ। ਉਹਨਾਂ ਤੋਂ ਅਸੀਂ ਇਹ ਸਵਾਲ ਪੁੱਛਾਂਗੇ, ਲਾਈਵ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ। ਪਰ ਤੁਹਾਡਾ ਕਾਲ ਪਹਿਲਾਂ ਹੈ, ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ। ਬਹੁਤ ਸਾਰੇ ਕਾਰਨ ਹੁੰਦੇ ਆ ਅੱਜ ਦੇ ਟਾਈਮ 'ਚ ਲੀਵਰ ਜਿਹੜਾ ਫੈਟੀ ਹੋ ਜਾਂਦਾ ਹੈ, ਪ੍ਰੋਬਲਮਸ ਆ ਜਾਂਦੀਆਂ ਨੇ ਕਾਫੀ ਜ਼ਿਆਦਾ। ਤੁਹਾਡੇ ਕੋਈ ਹੋਰ ਕਰੀਬੀ ਹੋ ਸਕਦੇ ਆ ਜਦ ਤੁਸੀਂ ਸੋਚਿਆ ਹੋਏ ਕਿ ਕਦੀ ਡਾਕਟਰ ਨੂੰ ਪੁੱਛਾਂਗੇ ਜ਼ਰੂਰ? नहीं, मेरे ही प्रॉब्लम है जी। ਤੁਹਾਡੇ ਹੀ ਪ੍ਰੋਬਲਮ ਹੈਗੀ ਹੈ? मेरे ही प्रॉब्लम है, कुछ मतलब जंक फूड खा लो या सिर प्रॉब्लम हो जाती है। ਅੱਛਾ ਫਿਰ ਲਾਈਨ ਤੇ ਬਣੇ ਰਹੋ, ਆਪਾਂ ਤੁਹਾਡੀ ਡਾਕਟਰ ਸਾਹਿਬ ਨਾਲ ਹੀ ਗੱਲ ਕਰਾ ਦਿੰਦੇ ਆ। ਕੀ ਖਿਆਲ ਹੈ? ठीक है जी, ठीक है जी। ਹੋਲਡ ਰੱਖੋ, ਹੋਲਡ। ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ ਤੇ ਸਿੱਧੀ ਗੱਲ ਕਰਾਣੇ ਆ ਡਾਕਟਰ ਸਾਹਿਬ ਨਾਲ ਤੁਹਾਡੀ। ठीक है जी। ਠੀਕ ਹੈ ਜੀ, ਹੋਲਡ ਰੱਖੋ। ਗਾਣਾ ਵੀ ਸੁਣਾਵਾਂਗੇ ਪਰ ਸਰਤਾਜ ਜੀ ਦਾ ਨਹੀਂ, ਅੱਜ ਮੈਂ ਤੁਹਾਨੂੰ ਗਾਣਾ ਆਪਣੀ ਮਰਜ਼ੀ ਦਾ ਹੀ ਸੁਣਾਉਂਗਾ ਫਿਰ। ठीक है। ਠੀਕ ਹੈ। ਸੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਹੁਣ ਜਾਣ ਚੁੱਕੇ ਹੋ ਕਿ ਵਰਲਡ ਲੀਵਰ ਡੇ ਹੈ। ਕਿਉਂ ਮਨਾਇਆ ਜਾਂਦਾ? ਹਰ ਕੋਈ ਦਿਨ ਮਨਾਉਣ ਦਾ ਇੱਕ ਕਾਰਨ ਹੁੰਦਾ, ਉਹਦੇ ਪਿੱਛੇ ਦੀ ਕੋਈ ਖਾਸ ਵਜ੍ਹਾ ਹੁੰਦੀ ਹੈ। ਸੋ ਜਿਹੜਾ ਮਨਾਇਆ ਜਾਂਦਾ ਇਹ ਦਿਨ ਵੀ ਅੱਜ ਦੇ ਦਿਨ ਜਿਹੜਾ 19 ਅਪ੍ਰੈਲ ਨੂੰ ਇਹ ਅਵੇਅਰਨੈਸ ਹੈ, ਜਿਹੜੀ ਜਿਗਰ ਪ੍ਰਤੀ ਅਵੇਅਰਨੈਸ ਆ, ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਕਿ ਜਿਹੜੀ ਬਿਮਾਰੀਆਂ ਹੈ ਉਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ, ਇਹ ਬਿਮਾਰੀਆਂ ਦਾ ਕਾਰਨ ਕੀ ਹੈ। ਸੋ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ GS ਸਿੱਧੂ ਜੀ ਪਟਿਆਲਾ ਤੋਂ, ਜਿਹੜੇ ਜਿਗਰ ਦੇ ਮਾਹਰ ਨੇ, ਲੀਵਰ ਸਪੈਸ਼ਲਿਸਟ ਨੇ। ਸੋ ਆਓ ਵੈਲਕਮ ਕਰਦੇ ਹਾਂ ਇਹਨਾਂ ਦਾ ਪਹਿਲਾਂ ਪ੍ਰੋਗਰਾਮ 'ਚ। ਤੇ ਤੁਸੀਂ ਵੀ ਘਰ ਬੈਠੇ ਲਾਈਵ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ, ਕਾਲ ਕਰਨਾ 92 161 92 162। ਫਿਲਹਾਲ ਡਾਕਟਰ ਸਾਹਿਬ ਦਾ ਵੈਲਕਮ ਕਰਦੇ ਹਾਂ। ਹਾਂਜੀ ਜੈ ਸਿੱਧੂ ਜੀ, ਵੈਲਕਮ ਹੈ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਥੈਂਕ ਯੂ। ਠੀਕ ਹੋ ਡਾਕਟਰ ਸਾਹਿਬ? ਹਾਂਜੀ ਵਧੀਆ ਜੀ। ਸੋ ਡਾਕਟਰ ਸਾਹਿਬ ਦੇਖੋ ਅੱਜ ਪ੍ਰੋਗਰਾਮ 'ਚ ਆਏ ਹੋ ਤੁਸੀਂ ਸਾਡੇ, ਤੇ ਸਾਡੇ ਨਾਲ ਫਿਲਹਾਲ ਸਾਡੇ ਫਸਟ ਕਾਲਰ ਜੁੜ ਚੁੱਕੇ ਨੇ ਜਿਹੜੇ ਗੰਗਾਨਗਰ ਤੋਂ ਨੇ, ਸੰਜੇ ਜੀ। ਸਵਾਲ ਮੇਰਾ ਖਿਆਲ ਤੁਸੀਂ ਸੁਣ ਚੁੱਕੇ ਹੋ ਤੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਸੰਜੇ ਜੀ ਤੁਸੀਂ ਪੁੱਛੋ, ਸਵਾਲ ਕੀ ਪੁੱਛਣਾ ਹੈ? ठीक है जी। नमस्कार डॉक्टर साहब। हाँ जी नमस्कार जी। सर मैंने थोड़ी जी प्रॉब्लम है कि लीवर तो कुछ भी नमकीन वगैरह खा ला या कुछ और तलिया मल्ला भी खा ला ते मैनू सवेरे फ्रैश होने ते दिक्कत आती है। देखो लिवर ਇਹ ਵਾਲੀ ਤੈਨੂੰ ਪ੍ਰੋਬਲਮ ਹੈ ਨਾ, ਬੇਸਿਕਲੀ ਡਾਈਜੈਸ਼ਨ ਦੀ ਪ੍ਰੋਬਲਮ ਆ ਤੁਹਾਨੂੰ, ਕਿਉਂਕਿ ਤੁਹਾਡਾ ਹੋ ਸਕਦਾ ਲਿਵਰ ਡਾਇਰੈਕਟਲੀ ਇਨਵੋਲਵ ਨਹੀਂ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਤੁਹਾਡਾ weight ਕਿੰਨਾ? मेरा 80 किलो प्लस ही है। 80 ਕਿਲੋ। ਐਂਡ ਤੁਹਾਡੀ ਹਾਈਟ ਕਿੰਨੀ ਹੈ? हाइट 5'7"। ਹਾਂ ਤੁਸੀਂ ਓਵਰਵੇਟ ਹੋ ਥੋੜਾ ਨਾ। ਇਹਦੇ 'ਚ ਕੀ ਹੈ ਨਾ, ਡਾਈਜੈਸ਼ਨ ਇਸ਼ੂ ਜ਼ਿਆਦਾਤਰ ਅੱਜ ਕੱਲ੍ਹ ਕਿਉਂ ਵੱਧ ਰਿਹਾ? ਕਿਉਂਕਿ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਫੈਟੀ ਲਿਵਰ, ਕਿਉਂਕਿ ਇਸ ਸਾਲ ਜਿਹੜੀ ਇਹਨਾਂ ਨੇ ਦੱਸਿਆ ਰਿਦਮ ਜੀ ਨੇ ਵੀ, ਜਿਹੜੀ ਆਪਣੀ ਥੀਮ ਵੀ ਹੈ ਨਾ ਇਸ ਵਾਰੀ 2023 ਦੇ ਵਿੱਚ, ਇਹ ਥੀਮ ਵੀ ਇਹੀ ਆ ਲਿਵਰ ਦੀ ਇਸ ਵਾਰੀ, ਬੀ ਵਿਜੀਲੈਂਟ, ਫੈਟੀ ਲਿਵਰ ਕੈਨ ਅਕਰ ਇਨ ਐਨੀਵਨ। ਸੋ ਇਹ ਫੈਟੀ ਲਿਵਰ ਇਸ਼ੂ ਆ ਜਿਹੜਾ ਬਹੁਤ ਕਾਮਨ ਹੈ
ਬਟ ਤੁਹਾਡੇ ਕੇਸ 'ਚ ਹੁਣ ਇਹ ਵੱਧ ਕਿਉਂ ਰਿਹਾ? ਕਿਉਂਕਿ ਸੈਡੈਂਟਰੀ ਲਾਈਫਸਟਾਈਲ, ਸਿਟਿੰਗ ਜ਼ਿਆਦਾ, ਵਾਕ ਐਕਸਰਸਾਈਜ਼ ਬਿਲਕੁਲ ਜ਼ੀਰੋ ਆ, ਆਲਮੋਸਟ ਨੈਗਲੀਜੀਬਲ ਆ, ਲੋਕਾਂ ਦੀ ਸੈਰ ਨਹੀਂ ਕਰ ਰਹੀ, ਐਕਸਰਸਾਈਜ਼ ਨਹੀਂ ਹੋ ਰਹੀ, ਉਹਦੇ ਕਰਕੇ ਆਪਣਾ weight put on ਹੋ ਰਿਹਾ ਤੇ ਡਾਈਜੈਸ਼ਨ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਫੈਕਟ ਹੋ ਰਹੀ ਹੈ। ਸੋ ਤੁਹਾਡੇ ਕੇਸ ਤੇ ਸੰਜੇ ਜੀ ਇਹਨਾਂ ਸਾਰੀਆਂ ਚੀਜ਼ਾਂ ਜੋ ਕੀ ਕਰਦੇ ਹੋ ਕੁਝ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ, ਜਿੰਨਾ ਵੀ ਡਾਕਟਰ ਸਾਹਿਬ ਨੇ ਕਿਹਾ ਕਿ ਐਕਸਰਸਾਈਜ਼ ਵਰਕਿੰਗ, ਕਿਉਂਕਿ ਤੁਹਾਡਾ ਕੰਮਕਾਰ ਵੀ ਉਦਾਂ ਦਾ ਹੈ। ਬਸ ਜ਼ੀਰੋ ਵਰਗਾ ਹੀ ਲਗਾ ਸਕਦੇ ਹੋ। ਜ਼ੀਰੋ ਵਰਗਾ ਫਿਰ ਹਾਂ, ਬੈਠੇ ਰਹਿਣਾ ਪਰ ਖਾਣਾ ਨਹੀਂ ਛੱਡਣਾ ਆਪਾਂ। ਇਹ ਪਤਾ ਕਿ ਆਪਾਂ ਵਾਕਿੰਗ ਲਈ ਜਾਣਾ ਹੈ ਹੈਨਾ, ਕਿ ਕੰਮਕਾਰ ਖਾਣਾ ਪੀਣਾ ਹੈਗਾ ਪਰ ਵਾਕਿੰਗ। ਜੀ ਜੀ ਜੀ। ਸੋ ਹੁਣ ਤੁਹਾਨੂੰ ਸਮਝ ਆ ਗਈ ਹੋਊਗੀ ਆਈ ਥਿੰਕ ਕਿ ਜਿੱਥੇ ਖਾਣਾ ਪੀਣਾ ਵੀ ਆ ਉਸ ਦੇ ਨਾਲ ਨਾਲ ਤੁਸੀਂ ਕੀ ਆ ਆਪਦੀ ਜਿਹੜੀ ਐਕਸਰਸਾਈਜ਼ ਆ ਉਹਦਾ ਵੀ ਧਿਆਨ ਰੱਖਣਾ ਹੈ। ਸੈਰ ਜ਼ਰੂਰ ਕਰਿਆ ਕਰੋ, ਚਾਹੇ ਥੋੜਾ ਘੱਟ ਖਾ ਲਿਆ ਕਰੋ। ਠੀਕ ਹੈ, ਥੈਂਕ ਯੂ ਸਰ। ਓਕੇ ਜੀ। ਬਾਕੀ ਤੁਸੀਂ ਜੀ ਜੀ ਹਾਂਜੀ ਫਿਰ ਵੀ ਥੋੜਾ ਕੁਝ ਟੈਸਟ ਆ ਜਿਹੜੇ ਤੁਸੀਂ ਬੇਸਿਕ ਟੈਸਟ ਕਰਾ ਸਕਦੇ ਹੋ ਆਪਣੇ ਨਾ ਜੀ, ਲਾਈਕ ਲਿਵਰ ਫੰਕਸ਼ਨ LFT ਤੇ ਅਲਟਰਾਸਾਊਂਡ ਦੇਖਣ ਲਈ ਵੀ ਤੁਹਾਨੂੰ, ਜਿਵੇਂ ਤੁਹਾਡਾ ਲਾਈਫ ਸਟਾਈਲ ਹੋ ਸਕਦਾ ਤੁਹਾਨੂੰ ਫੈਟੀ ਲਿਵਰ ਹੋਵੇ, ਬਟ ਇਹ ਜਿਹੜਾ ਤੁਹਾਨੂੰ ਇਸ਼ੂ ਹੈ ਫੈਟੀ ਲਿਵਰ ਕਰਕੇ ਡਾਈਜੈਸ਼ਨ ਇਸ਼ੂ ਆ, ਜਿਹਦੇ 'ਚ ਗੈਸ ਫਾਰਮੇਸ਼ਨ, ਇਨਡਾਈਜੈਸ਼ਨ, ਡਕਾਰ ਹੋਣੇ, ਬਦਹਜ਼ਮੀ ਰਹਿਣੀ। ਇਹਦਾ ਜਿਹੜਾ ਮੇਨ ਪ੍ਰੋਬਲਮ ਦਾ ਮੇਨ ਰੂਟ ਕਾਜ਼ ਆ ਇਹ ਤੁਹਾਡਾ ਲਾਈਫ ਸਟਾਈਲ ਆ। ਸੋ ਇਹਨੂੰ ਤੁਸੀਂ ਬੈਟਰ ਕਰੋ ਜੀ। ਠੀਕ ਹੈ, ਥੈਂਕ ਯੂ ਸਰ। ਸ਼ੁਕਰੀਆ ਸੰਜੇ ਜੀ। ਸੋ ਡਾਕਟਰ ਸਾਹਿਬ ਮਤਲਬ ਕਿ ਜਿਹੜਾ ਸਾਡਾ ਅੱਜ ਦੇ ਟਾਈਮ ਦਾ ਲਾਈਫ ਸਟਾਈਲ ਆ ਜਿਹੜਾ ਕਿ ਆਲਮੋਸਟ ਹਰ ਇੱਕ ਬੰਦੇ ਦਾ ਹੀ ਹੋ ਚੁੱਕਾ ਹੈ, ਜਿਸ ਤਰ੍ਹਾਂ ਦੇ ਜੌਬਸ ਚੱਲਦੇ ਆ, ਸਿਟਿੰਗ ਜੌਬਸ ਜ਼ਿਆਦਾ ਨੇ, ਵਰਕਿੰਗ ਘੱਟ ਹੈ, ਇਹੀ ਕਾਰਨ ਹੈ ਲੀਵਰ ਦੀ ਪ੍ਰੋਬਲਮਸ ਜਿਹੜੀਆਂ ਅੱਜ ਕੱਲ੍ਹ ਆਉਂਦੀਆਂ ਨੇ ਮੋਸਟਲੀ। ਦੇਖੋ ਹੁਣ ਆਪਾਂ ਜੇ ਮੋਸਟ ਕਾਮਨ ਕਾਜ਼ ਦੇਖਦੇ ਹਾਂ ਲਿਵਰ ਦਾ, ਤਾਂ ਲਿਵਰ ਦੇ ਵਿੱਚ ਮੋਸਟਲੀ ਫੈਟੀ ਲਿਵਰ ਪਹਿਲੀ ਡਿਜ਼ੀਜ਼ ਆ, ਸੈਕੰਡ ਅਲਕੋਹਲਿਕ ਲਿਵਰ ਡਿਜ਼ੀਜ਼ ਆ, ਜਿਹੜੀ ਪੰਜਾਬ ਆਪਣੇ ਨਾਰਥ ਇੰਡੀਆ 'ਚ ਤਾਂ ਬਹੁਤ ਕਾਮਨ ਹੋ ਚੁੱਕੀ ਹੈ। ਫੈਟੀ ਲਿਵਰ ਇਹਦਾ ਮੇਨ ਕਾਜ਼ ਹੈ ਸੈਡੈਂਟਰੀ ਲਾਈਫ ਸਟਾਈਲ, ਜੋ ਆਪਾਂ ਵਾਕ ਨਹੀਂ ਕਰਨੀ, ਡਾਈਟ, ਆਪਣੀ ਡਾਈਟ ਦੇ ਵਿੱਚ ਜੰਕ ਫੂਡ, ਫਾਸਟ ਫੂਡ, ਸ਼ੂਗਰ, ਕੈਲਰੀਜ਼ ਬਹੁਤ ਜ਼ਿਆਦਾ ਰਹਿਣਾ, ਆਪਾਂ ਹਾਈਟ ਇਨਟੇਕ ਆਫ ਕੋਈ ਟੀ ਹੋਵੇ, ਜਿਵੇਂ ਮਿੱਠਾ ਇਨਟੇਕ ਜ਼ਿਆਦਾ ਹੋਵੇ। ਸੋ ਫੈਟੀ ਲਿਵਰ ਦਾ ਮੇਨ ਰੀਜ਼ਨ ਹੀ ਸ਼ੂਗਰ ਹਾਈ ਇਨਟੇਕ, ਕੈਲਰੀਜ਼ ਇਨਟੇਕ, ਫਾਸਟ ਫੂਡ, ਜੰਕ ਫੂਡ ਤੇ ਲੈਕ ਆਫ ਐਕਸਰਸਾਈਜ਼, ਸੈਡੈਂਟਰੀ ਲਾਈਫ ਸਟਾਈਲ। ਮਤਲਬ ਕਿ ਆਪਾਂ ਸਿਟਿੰਗ ਜ਼ਿਆਦਾ, ਆਪਾਂ ਬੈਠੇ ਰਹਿੰਦੇ ਹਾਂ, ਸੈਰ ਨਹੀਂ ਕਰ ਰਹੇ, ਵਾਕ ਨਹੀਂ ਕਰ ਰਹੇ। ਐਟ ਲੀਸਟ ਆਪਾਂ 30 to 40 ਮਿੰਟਸ ਡੇਲੀ ਐਕਸਰਸਾਈਜ਼ ਇਨ ਫਾਰਮ ਆਫ ਵਾਕ ਹੋ ਜਾਓ, ਜੋਗਿੰਗ ਹੋਏ, ਸਾਈਕਲਿੰਗ ਹੋ ਜੇ, ਜਿਹੜੀ ਵੀ ਆਪਾਂ ਨੂੰ ਵੇਲੇ। ਡਾਕਟਰ ਸਾਹਿਬ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਇਹੀ ਸੀਗਾ। ਚਲੋ ਸ਼ੁਕਰੀਆ ਤੁਸੀਂ ਸਾਡੇ ਕਹਿਣ ਤੇ ਆਏ ਹੋ, ਤੇ ਆਲਮੋਸਟ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਵੀ ਟਾਈਮ ਨਹੀਂ ਮਿਲਦਾ ਹੁੰਦਾ। ਸੋ ਕਈ ਦਰਸ਼ਕਾਂ ਦੇ ਜ਼ਿਹਨ 'ਚ ਇਹ ਵੀ ਸਵਾਲ ਹੋਏਗਾ ਕਿ ਜਿੱਥੇ ਤੁਸੀਂ ਸਾਨੂੰ ਇਹਨਾਂ ਤੋਂ ਹਨਾ ਪ੍ਰੀਕਾਸ਼ਨਸ ਦੱਸ ਰਹੇ ਹੋ ਕਿ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ, ਡਾਈਟ ਅੱਛੀ ਖਾਣੀ ਚਾਹੀਦੀ ਆ, ਵਾਕਿੰਗ ਕਰਨੀ ਚਾਹੀਦੀ ਆ, ਪਰ ਉੱਥੇ ਪਹਿਲਾਂ ਸਮਝਣ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਐਕਚੁਅਲ 'ਚ ਜਿਹੜਾ ਲੀਵਰ ਆ, ਸਾਡਾ ਜਿਗਰ ਹੈ, ਇਹ ਕਰਦਾ ਕੀ ਹੈ। ਹਾਂ, ਕਿ ਜਿੱਥੇ ਇਹ ਚੀਜ਼ਾਂ ਨੁਕਸਾਨ ਕਰਦੀਆਂ ਨੇ ਫਿਰ ਜਿਹੜੀਆਂ। ਬਿਲਕੁਲ। ਲਿਵਰ ਦੇਖੋ, ਲਿਵਰ ਆਪਣੇ ਅਗਰ ਆਪਾਂ ਬੋਡੀ 'ਚ ਮੰਨੀਏ ਨਾ, ਲਾਰਜੈਸਟ ਗਲੈਂਡ ਲਿਵਰ ਹੈ ਜੀ। ਤਾਂ ਇਹਦਾ ਮੇਨ ਫੰਕਸ਼ਨ ਇੱਕ ਤਾਂ ਡਾਈਜੈਸ਼ਨ 'ਚ, ਜਿਵੇਂ ਬਾਈਲ ਜੂਸ ਆਪਾਂ ਸੁਣਦੇ ਆ, ਬਾਈਲ ਜੂਸ ਬਣਾਉਂਦਾ ਜਿਹੜਾ ਆਪਣਾ ਫੂਡ ਡਾਈਜੈਸਟ ਕਰਦਾ ਜੀ। ਬਿਲਕੁਲ। ਸੈਕੰਡ ਇਹਦਾ ਬਚਪਨ ਤੋਂ ਲੈ ਕੇ ਹੁਣ ਤੱਕ ਆਪਣਾ ਰੋਲ ਹੁੰਦਾ ਗਰੋਥ ਹਾਰਮੋਨਸ ਹੋ ਗਏ, ਸਾਰੇ ਹਾਰਮੋਨਸ ਆ ਜਿਹੜੇ ਆਪਣੀ ਡਾਈਜੈਸ਼ਨ 'ਚ ਹੈਲਪ ਕਰਦੇ ਆ, ਉਹਨੂੰ ਸਕ੍ਰੀਟ ਕਰਦਾ। ਥਰਡ ਇਹਦਾ ਆਪਣਾ ਸ਼ੂਗਰ ਐਂਡ ਲਿਪਿਡ ਪ੍ਰੋਫਾਈਲ ਵੀ ਆਪਣੀ ਇਹ ਹਿੱਲੀ ਹੋਈ ਨਾ, ਡੀ ਰੇਂਜ ਆ, ਉਹਦਾ ਰੀਜ਼ਨ ਵੀ ਰੂਟ ਕਾਜ਼ ਜਿਹੜੀ ਹੌਟ ਸੀਟ ਆ ਉਹ ਲਿਵਰ ਹੀ ਆ। ਸੋ ਲਿਵਰ ਦੇ ਮਲਟੀਪਲ ਵੈਸੇ ਫੰਕਸ਼ਨਸ ਆ। ਅਗਰ ਲਿਵਰ ਡਾਊਨ ਗਿਆ ਤਾਂ ਆਪਣੀ ਓਵਰਆਲ ਮਸਲ ਮਾਸ ਘਟ ਜਾਊਗਾ, ਭੁੱਖ ਘਟ ਜਾਊਗੀ, ਡਾਈਜੈਸ਼ਨ ਵੀਕ ਹੋ ਜਾਊਗੀ, ਜੌਂਡਿਸ ਆ ਸਕਦਾ, ਆਪਾਂ ਨੂੰ ਨੌਜ਼ੀਆ, ਦਿਲ ਕੱਚਾ ਹੋਣਾ। ਤਾਂ ਇਹ ਸਿੰਪਟਮਸ ਆ ਜਿਹੜੇ ਲਿਵਰ ਪ੍ਰੋਬਲਮ ਚ ਆਉਂਦੇ ਆ। ਦੇਖ ਰਹੇ ਹੋ ਕਿੰਨੀਆਂ ਸਾਰੀਆਂ ਚੀਜ਼ਾਂ ਨੇ। ਇਹੀ ਕਾਰਨ ਹੈ ਕਿ ਇੱਕ ਵੀ ਚੀਜ਼ ਮਿਸ ਹੋ ਜੇ ਤਾਂ ਉਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਕ੍ਰੀਏਟ ਹੋ ਜਾਂਦੀਆਂ ਨੇ। ਸੋ ਜਿਵੇਂ ਕਿ ਸਬਜ਼ੀ ਦਾ ਮੈਂ ਇੱਕ ਵਾਰੀ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ ਕਿ ਸਬਜ਼ੀ ਦੇ ਵਿੱਚ ਇੱਕ ਵੀ ਚੀਜ਼ ਦਾ ਤੜਕਾ, ਜੇ ਕੋਈ ਮਸਾਲਾ ਰਹਿ ਗਿਆ ਤਾਂ ਉਹਦਾ ਸਾਰਾ ਸਵਾਦ ਆ ਬੇਸਵਾਦਾ ਹੋ ਜਾਂਦਾ। ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਗਾਣਾ ਸੁਣਾਵਾਂਗੇ, ਪਰ ਫਿਲਹਾਲ ਇਹ ਗੱਲਾਂ ਵੀ ਜ਼ਰੂਰੀ ਹੈ ਜਿਹੜੀਆਂ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ, ਸਵਾਗਤ ਹੈ ਜੀ। ਨਾਮ ਦੱਸ ਦਿਓ ਤੇ ਸ਼ਹਿਰ ਦਾ ਨਾਮ ਦੱਸ ਦਿਓ। ਇਕਬਾਲ ਸਿੰਘ, ਮੇਨ ਬਾਜ਼ਾਰ, ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਿਹਾ ਜੀ। ਤੇ ਡਾਕਟਰ ਸਾਹਿਬ ਨੂੰ ਵੀ ਮੇਰੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਕਬਾਲ ਜੀ ਸਵਾਗਤ ਹੈ ਜੀ। ਜੀ ਬਿਲਕੁਲ। ਦੇਖੋ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਕਿਉਂਕਿ ਹੈਲਥ ਪ੍ਰਤੀ ਜਿਹੜਾ ਸਾਡਾ ਜਾਗਰੂਕ ਹੋਣਾ ਵੀ ਸਾਨੂੰ ਬਹੁਤ ਜ਼ਰੂਰੀ ਆ ਜੀ। ਕਿਉਂਕਿ ਉੱਠਣਾ ਭਲਾ ਸਵੇਰ ਦਾ, ਜੇ ਕੋਈ ਜਾਗੇ ਨਿੱਤ, ਇੱਕ ਤਾਂ ਵੱਧਦੀ ਆਰਜੂ, ਦੂਜਾ ਖੁਸ਼ ਰਹਿੰਦਾ ਚਿੱਤ, ਇੱਕ ਤਾਂ ਵੱਧਦੀ ਆਰਜੂ, ਦੂਜਾ ਪ੍ਰਮਾਤਮਾ ਆਵੇ ਚਿੱਤ। ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਸਵੇਰੇ ਜਿਹੜਾ ਜਲਦੀ ਆ ਉਹ ਜ਼ਰੂਰ ਉੱਠਣ ਦੀ ਸਾਨੂੰ ਆਦਤ ਬਣਾਉਣੀ ਚਾਹੀਦੀ ਹੈ। ਡਾਕਟਰ ਸਾਹਿਬ ਤੋਂ ਮੈਂ ਇਹ ਪੁੱਛਣਾ ਚਾਹੁੰਦਾ ਜੀ, ਕਿਉਂਕਿ ਗੀਤ ਸੰਗੀਤ ਤਾਂ ਚੱਲਦਾ ਹੀ ਰਹਿੰਦਾ, ਗੀਤ ਵੀ ਜ਼ਰੂਰ ਸੁਣਾਉਣਗੇ ਜੀ ਸਤਿੰਦਰ ਸਰਤਾਜ ਜੀ ਦਾ। ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਦੇਖੋ ਅੱਜ ਤੁਸੀਂ ਲੀਵਰ ਡੇ ਦੀ ਗੱਲ ਕਰ ਰਹੇ ਹੋ ਨਾ,
ਵੀ ਇਹਦੇ ਨਾਲ ਸਾਨੂੰ ਇਹ ਜ਼ਰੂਰ ਦੱਸਿਆ ਜਾਵੇ ਵੀ ਇਹਦੇ ਨੂੰ ਜੋ ਵੀ ਸਾਨੂੰ ਇਨਫੈਕਸ਼ਨ ਵਗੈਰਾ ਹੁੰਦੀ ਆ ਜਾਂ ਕੀ ਹੁੰਦਾ, ਅਸੀਂ ਉਹਨੂੰ ਉਹ ਤੋਂ ਬਚਣ ਲਈ ਪਹਿਲਾਂ ਹੀ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਜੀ। ਤੇ ਕਿਉਂਕਿ ਸਾਡੇ ਜਿਹੜਾ ਸਾਡਾ ਲਾਈਫ ਸਟਾਈਲ ਆ, ਸਾਡਾ ਖਾਣ ਪਾਣ ਆ ਨਾ, ਉਹ ਸਾਡਾ ਮਤਲਬ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਆ, ਉਹਦੇ ਕਾਰਨ ਵੀ ਸਾਨੂੰ ਇਹ ਸਰੀਰਕ ਜਿਹੜੇ ਆ ਮਤਲਬ ਕਸ਼ਟ ਆਉਂਦੇ ਆ ਜੀ। ਕੀ ਬਾਤ ਹੈ, ਸ਼ੁਕਰੀਆ ਜੀ। ਕੋਈ ਹੋਰ ਗੱਲਬਾਤ ਇਕਬਾਲ ਜੀ? ਬਸ ਇਹਦੇ ਬਾਰੇ ਸਾਨੂੰ ਜਾਗਰੂਕ ਕਰਨ ਕਿ ਅਸੀਂ ਪਹਿਲਾਂ ਤੋਂ ਹੀ ਕਿਵੇਂ ਖਿਆਲ ਰੱਖ ਸਕਦੇ ਹਾਂ ਆਪਣੀ ਸਿਹਤ ਦਾ, ਆਪਣੇ ਲਿਵਰ ਦਾ ਜੀ। ਕਹਿਣ ਦਾ ਮਤਲਬ ਇਹ ਹੈ ਕਿ ਰਸਤੇ 'ਚ ਪੱਥਰ ਪਿਆ ਤੇ ਸਾਨੂੰ ਪਤਾ ਕਿ ਠੇਡਾ ਲੱਗਣਾ ਆ। ਇੱਕ ਹੁੰਦਾ ਬੇਧਿਆਨੇ ਲੱਗ ਜਾਣਾ, ਇੱਕ ਹੁੰਦਾ ਕਿ ਪਤਾ ਪਰ ਆਪਾਂ ਫਿਰ ਵੀ ਠੇਡਾ ਖਾਂਦੇ ਆ। ਕਿ ਇਹ ਕਹਿਣਾ ਇਹ ਚਾਹੁੰਦੇ ਨੇ ਕਿ ਕਿਵੇਂ ਇਸ ਚੀਜ਼ ਨੂੰ ਇਨਫੈਕਸ਼ਨ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ ਕਿ ਸਾਨੂੰ ਇਨਫੈਕਸ਼ਨ ਨਾ ਹੋਵੇ। ਸ਼ੁਕਰੀਆ ਇਕਬਾਲ ਜੀ। ਔਰ ਮੇਰਾ ਖਿਆਲ ਹੈ ਇਹਨਾਂ ਨੇ ਨਾ ਅੱਜ ਮੇਰਾ ਅੱਧਾ ਕੰਮ ਵੰਡ ਦੇਣਾ, ਜਿਹੜੇ ਸਵਾਲ ਮੈਂ ਪੁੱਛਣੇ ਆ ਨਾ ਐਂਕਰਿੰਗ ਵਾਲੇ। ਘਰ ਬੈਠੇ ਬਹੁਤ ਸਾਰੇ ਦਰਸ਼ਕ ਨੇ, ਸਵਾਲ ਤੁਹਾਡੇ ਨੇ ਜੀ, ਸਿਰਫ ਲਫ਼ਜ਼ ਮੇਰੇ ਨੇ, ਬੋਲ ਮੇਰੇ ਨੇ। ਸੋ ਕੋਈ ਗੱਲ ਨਹੀਂ, ਇੰਤਜ਼ਾਰ ਕਰਦੇ ਰਹੋ, ਕਾਲ ਕਰਦੇ ਰਹੋ, ਗਾਣਾ ਵੀ ਸੁਣਾਵਾਂਗੇ। ਗੱਲਾਂ ਬਾਤਾਂ ਚੱਲ ਰਹੀਆਂ ਜੀ ਲੀਵਰ ਡੇ ਦੇ ਉੱਪਰ। ਲੀਵਰ ਦੇ ਉੱਪਰ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਜਿੰਨੀਆਂ ਵੀ ਡਿਸੀਜ਼ ਯਾਨੀ ਕਿ ਜਿਗਰ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਬਿਮਾਰੀਆਂ ਨੇ, ਜੋ ਵੀ ਪ੍ਰੋਬਲਮਸ ਤੁਹਾਨੂੰ ਆਉਂਦੀਆਂ ਨੇ, ਜੋ ਵੀ ਉਸ ਸੰਬੰਧੀ ਕੁਝ ਪੁੱਛਣਾ ਚਾਹੁੰਦੇ ਹੋ, ਕੋਈ ਜਾਣਕਾਰੀ ਚਾਹੁੰਦੇ ਹੋ, ਤਾਂ GS ਸਿੱਧੂ ਜੀ ਸਾਡੇ ਪਟਿਆਲਾ ਤੋਂ ਡਾਕਟਰ ਸਾਹਿਬ ਜਿਗਰ ਦੇ ਮਾਹਰ ਨੇ, ਜਿਹੜੇ ਸਪੈਸ਼ਲਿਸਟ ਨੇ, ਸਾਡੇ ਨਾਲ ਮੌਜੂਦ ਨੇ। ਪੁੱਛ ਸਕਦੇ ਹੋ ਕਾਲ ਕਰਕੇ। ਤੇ ਕਾਲਰ ਇੱਕ ਰੈਡੀ ਨੇ, ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। मैंने ऐसा पूछना सीगा कि अपने ਜਿਹੜੇ ਐਕਸਰਸਾਈਜ਼ ਹੁੰਦੀਆਂ ਨੇ ਜੀ, ਜਦੋਂ ਆਪਾਂ ਵਰਕਆਊਟ ਕਰਦੇ ਆ ਤਾਂ ਉਹ ਥੋੜੀਆਂ ਵੀਕ ਹੋ ਜਾਂਦੀਆਂ ਨੇ ਜੀ। ਪਹਿਲਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਆਪਣਾ ਨਾਮ ਦੱਸੋ ਪਹਿਲਾਂ ਤੇ ਮੈਨੂੰ। ਮੈਂ ਰਮਨਦੀਪ ਸਿੰਘ ਬੋਲ ਰਿਹਾ ਜੀ, ਨਾਭੇ ਤੋਂ ਜੀ। ਨਾਭੇ ਤੋਂ ਬੋਲਦੇ ਹੋ। ਤੇ ਹੁਣ ਆਪਣਾ ਸਵਾਲ ਦੁਬਾਰਾ ਪੁੱਛੋ। ਸਰ ਉਹ ਲੈਗਸ ਬਾਰੇ ਪੁੱਛਣਾ ਸੀ। ਲੈਗਸ ਬਾਰੇ ਪੁੱਛਣਾ ਤੁਸੀਂ? ਹਾਂਜੀ, ਜਦ ਵਰਕਆਊਟ ਕਰਦੇ ਜੀ ਤਾਂ ਥੋੜੀਆਂ ਲੈਗਸ ਵੀਕ ਹੋ ਜਾਂਦੀਆਂ ਨੇ। ਅੱਛਾ ਜੀ। ਹਾਂਜੀ, ਪੇਨ ਸਟਾਰਟ ਹੋਣ ਲੱਗ ਜਾਂਦੀ ਹੈ। ਅੱਛਾ ਜੀ, ਪੇਨ ਸਟਾਰਟ ਹੋ ਜਾਂਦੀ ਹੈ। ਤੁਸੀਂ ਕਹਿਣਾ ਇਹ ਚਾਹੁੰਦੇ ਹੋ ਕਿ ਜਿੱਥੇ ਅਸੀਂ ਜਿਗਰ ਦੀ ਗੱਲ ਕਰ ਰਹੇ ਹਾਂ ਕਿ ਉਹਦੇ ਲਈ ਵਰਕਿੰਗ ਕਰਨੀ ਚਾਹੀਦੀ ਹੈ, ਔਰ ਤੁਸੀਂ ਸਵਾਲ ਹੀ ਇਹ ਲੈ ਆਏ ਹੋ ਕਿ ਮੈਂ ਵਰਕਿੰਗ ਤਾਂ ਕਰ ਰਿਹਾ, ਐਕਸਰਸਾਈਜ਼ ਕਰ ਰਿਹਾ ਐਟਲੀਸਟ, ਪਰ ਮੇਰੀਆਂ ਜਿਹੜੀ ਲੱਤਾਂ ਨੇ ਉਹ ਦੁਖਣ ਲੱਗ ਜਾਂਦੀਆਂ ਨੇ। ਚਲੋ ਕੋਈ ਗੱਲ ਨਹੀਂ, ਪੁੱਛਦੇ ਜੇ ਡਾਕਟਰ ਸਾਹਿਬ ਉਸ ਸੰਬੰਧੀ ਵੀ ਕੋਈ ਸਾਨੂੰ ਦੱਸ ਦੇਣ। ਸ਼ੁਕਰੀਆ। ਤੇ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਅੱਛਾ ਜੀ, ਬਿਲਕੁਲ ਜੀ, ਬਿਲਕੁਲ। ਮੇਰਾ ਖਿਆਲ ਹੈ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਕਿ ਹੈਲਥ ਦੀ ਗੱਲਾਂ ਦਾ, ਜਿੱਥੇ ਡਾਕਟਰ ਸਾਹਿਬ ਆਪਾਂ ਕਰ ਰਹੇ ਹਾਂ, ਥੋੜਾ ਜਿਹਾ ਮੋਟੀਵੇਸ਼ਨ ਵੀ ਜ਼ਰੂਰੀ ਹੈ। ਸ਼ੁਕਰੀਆ ਵੀਰੇ ਕਾਲ ਕਰਨ ਲਈ, ਧੰਨਵਾਦ ਹੈ। ਸੋ ਸਵਾਲ ਇਹਨਾਂ ਦਾ ਬਹੁਤ ਸੋਹਣਾ ਹੈ ਕਿ ਇਹਨਾਂ ਨੇ ਗੱਲ ਐਕਸਰਸਾਈਜ਼ ਦੀ ਕੀਤੀ ਹੈ ਜੀ। ਡਾਕਟਰ ਸਾਹਿਬ ਦੇਖੋ, ਜੇ ਜਿਵੇਂ ਤੁਸੀਂ ਕਹਿ ਰਹੇ ਹੋ ਵਰਕਆਊਟ ਕਰਦੇ ਆ ਲੱਤਾਂ ਵੀਕਨੈਸ ਫੀਲ ਹੁੰਦੀ ਆ, ਇਹਦੇ ਲਈ ਤੁਹਾਨੂੰ ਇਨ ਜਨਰਲ ਤੁਹਾਡਾ ਇੱਕ ਵਾਰੀ ਹੈਲਥ ਚੈੱਕਅਪ ਕਰਾ ਸਕਦੇ ਹੋ। ਐਸਾ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਮੈਨੂੰ ਲੱਗਦਾ ਨਿਕਲਣੀ ਚਾਹੀਦੀ, ਬਿਕੋਜ਼ ਇਹ ਪਾਰਟ ਆਫ ਲਾਈਫ ਆ। ਜੋ ਤੁਸੀਂ ਵਰਕਆਊਟ ਸ਼ੁਰੂ ਕਰਦੇ ਆ, ਸਪੈਸ਼ਲੀ ਸ਼ੁਰੂ ਤਾਂ ਤੁਹਾਨੂੰ ਫੀਲਿੰਗ ਹੁੰਦੀ ਆ ਇਹ, ਬਿਕੋਜ਼ ਆਪਣੀ ਬੋਡੀ ਐਕਲੇਮੇਟਾਈਜ਼ ਨਹੀਂ ਹੁੰਦੀ ਐਕਸਰਸਾਈਜ਼ ਨੂੰ ਉਸ ਤਰ੍ਹਾਂ ਨਾਲ ਕਰਕੇ, ਬਟ ਫਿਰ ਵੀ ਤੁਹਾਨੂੰ ਵੀਕਨੈਸ ਫੀਲ ਹੁੰਦੀ ਆ, ਜ਼ਿਆਦਾ ਹੁੰਦੀ ਆ। ਤੁਸੀਂ ਆਪਣਾ ਇੱਕ ਜਨਰਲ ਵਰਕਆਪ ਕਰਾ ਲਓ, ਲਾਈਕ ਬਲੱਡ ਟੈਸਟ ਹੁੰਦੇ ਨਾ, CBC, LFT, ਕਿਡਨੀ ਫੰਕਸ਼ਨ ਸਾਰੇ। ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ ਵਰਕਆਊਟ ਵਾਲੇ ਆਪਣੇ ਫਰੈਂਡਸ ਨੂੰ ਵੀ, ਵਰਕਆਊਟ ਦੇ ਦੌਰਾਨ ਕਈ ਲੋਕ ਬਹੁਤ ਅਗਰੈਸਿਵ ਵਰਕਆਊਟ ਕਰਦੇ ਆ ਐਂਡ ਕੋਈ ਸਪਲੀਮੈਂਟ, ਕੋਈ ਪ੍ਰੋਟੀਨ ਸ਼ੇਕਸ ਪੀ ਰਹੇ ਆ। ਉਹ ਸਾਡੇ ਕੋਲ ਪੇਸ਼ੈਂਟਸ ਬਹੁਤ ਆਉਂਦੇ ਆ। ਸਮਟਾਈਮ ਉਹ ਸਪਲੀਮੈਂਟਸ ਅਡਲਟਰੇਟਡ ਹੁੰਦੇ ਆ, ਉਹਨਾਂ ਦੇ ਵਿੱਚ ਬਹੁਤ ਸਟੀਰੋਇਡਸ ਹੁੰਦੇ ਆ। ਉਹ ਵੀ ਆਪਣੇ ਆਪ ਦੇ ਵਿੱਚ ਜਨਰਲੀ ਬਾਡੀ ਨੂੰ ਫੀਲਿੰਗ ਵਧੀਆ ਹੋਣ ਲੱਗ ਜਾਂਦੀ ਆ, ਪਰ ਅੰਦਰੋਂ ਬਾਡੀ ਵੀਕ ਹੋਣ ਲੱਗ ਜਾਂਦੀ ਆ। ਉਹ ਅਵੋਇਡ ਕਰਨ, ਜਨਰਲ ਨੈਚੁਰਲ ਪ੍ਰੋਟੀਨ ਲੈਣ। ਨੈਚੁਰਲ ਮੀਨਸ ਦਾਲਾਂ, ਪਨੀਰ, ਚਨੇ, ਐਗ, ਇਹ ਚੀਜ਼ਾਂ ਜ਼ਿਆਦਾ ਲੈਣੀਆਂ ਨੈਚੁਰਲ ਪ੍ਰੋਟੀਨ, ਇੰਸਟੈਡ ਆਫ ਟੇਕਿੰਗ ਸਪਲੀਮੈਂਟ ਜਾਂ ਸਿੰਥੈਟਿਕ ਜਿਹੜੀ ਆਪਾਂ ਚੀਜ਼ਾਂ ਲੈਂਦੇ ਆ ਜਿਹਦੇ ਨਾਲ ਆਪਾਂ ਨੂੰ ਵੈਲਬਿੰਗ ਦੀ ਫੀਲਿੰਗ ਆ ਰਹੀ ਹੈ, ਪਰ ਅੰਦਰੋਂ ਆਪਣੀ ਬਾਡੀ ਬੋਨਸ ਵੀਕ ਹੋਣਗੀਆਂ। ਠੀਕ ਹੈ ਜੀ, ਥੈਂਕ ਯੂ। ਕੀ ਬਾਤ ਹੈ। ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਲ ਕਰ ਰਹੇ ਹਾਂ, ਔਰ ਬਿਲਕੁਲ ਸਹੀ ਵੀ ਹੈ ਕਿ ਜਿਹੜੀ ਚੀਜ਼ ਨੈਚੁਰਲ, ਜਿਹੜੀ ਕੁਦਰਤ ਨੇ ਆਪਾਂ ਨੂੰ ਦਿੱਤੀ ਹੋਈ ਹੈ, ਉਹਦਾ ਬੈਸਟ ਸੋਰਸ ਹੈ ਉਹ ਚੀਜ਼ ਦਾ। ਸੋ ਉਸ ਤੋਂ ਵੱਡਾ ਸੋਰਸ ਕੋਈ ਹੋ ਨਹੀਂ ਸਕਦਾ। ਬਾਕੀ ਤਾਂ ਚੀਜ਼ਾਂ ਇਨਸਾਨ ਨੇ ਖੁਦ ਬਣਾਈਆਂ ਨੇ। ਸੋ ਜਿਹੜੇ ਸਪਲੀਮੈਂਟਸ ਆ ਉਹਨਾਂ ਨੂੰ ਅਵੋਇਡ ਕਰੋ, ਤੇ ਜਿਹੜੀਆਂ ਨੈਚੁਰਲ ਡਾਈਟਸ ਆ ਉਹਨਾਂ ਨੂੰ ਜ਼ਿਆਦਾ ਤਰਜੀਹ ਦਿਓ। ਸੋ ਫਿਲਹਾਲ ਇੱਕ ਮੋਟੀਵੇਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਕੋਈ ਮੋਟੀਵੇਸ਼ਨਲ ਜਾ ਕਹਿੰਦੇ ਸੁਣਾ ਦਿਓ। ਸੋ ਇੱਥੇ ਆਪਾਂ ਆ ਜਾਓ, ਫਿਰ ਥੋੜਾ ਜਿਹਾ ਮੋਟੀਵੇਟ ਹੁੰਨੇ ਤੇ ਰੈਡੀ ਹੋ ਜਾਓ। ਐਕਸਰਸਾਈਜ਼ ਵੀ ਨਾਲ ਹੀ ਕਰਾਂਗੇ। ਡਾਕਟਰ ਸਾਹਿਬ ਤੁਸੀਂ ਰੈਡੀ ਹੋ? ਰੈਡੀ ਹੈ ਜੀ, ਆ ਜਾਓ ਫਿਰ। ਸੋ ਦੇਖਿਆ ਤੁਸੀਂ ਲਾਸਟ 'ਚ ਡਾਕਟਰ ਸਾਹਿਬ ਦਾ ਮੈਸੇਜ ਵੀ ਇਹ ਸੀਗਾ, ਹੈਲਥ ਇਜ਼ ਯੋਰ ਵੈਲਥ, ਕਿ ਜਿਹੜੀ ਸਿਹਤ ਆ, ਚੰਗੀ ਸਿਹਤ ਆ, ਇਹੀ ਤੁਹਾਡੀ ਸਭ ਤੋਂ ਵੱਡੀ ਦੌਲਤ ਹੈ। ਸੋ ਜੇ ਇੱਕ ਵਾਰ ਇਹ ਚਲ ਗਈ, ਇਹ ਮੁੜ ਕੇ ਨਹੀਂ ਆਉਣੀ। ਪੈਸਾ ਤਾਂ ਆਉਂਦਾ ਜਾਂਦਾ ਹੀ ਹੈ, ਇਹ ਹੱਥਾਂ ਦੀ ਮਹਿਲ ਆ। ਸੋ ਜਿਹੜੀ ਸਿਹਤ ਆ, ਇਹੀ ਸਭ ਤੋਂ ਵੱਡੀ ਸਾਡੀ ਦੌਲਤ ਹੈ। ਸੋ ਡਾਕਟਰ ਸਾਹਿਬ, ਮੈਂ ਵੀਡੀਓ 'ਚ ਤੁਹਾਨੂੰ ਵੀ ਦੇਖ ਰਿਹਾ ਸੀ, ਔਰ ਤੁਸੀਂ ਵੀ ਡਾਕਟਰ ਸਾਹਿਬ ਨੂੰ ਦੇਖਿਆ ਹੋਵੇਗਾ। ਕਿਆ ਬਾਤ ਹੈ।
ਔਰ ਡਾਕਟਰ ਸਾਹਿਬ ਇਹਨਾਂ ਐਕਟੀਵਿਟੀਜ਼ ਦੇ ਵਿੱਚ ਵੀ ਕਿਤੇ ਨਾ ਕਿਤੇ ਪਾਰਟਿਸਿਪੇਟ ਕਰਦੇ ਆ, ਜਾਗਰੂਕਤਾ ਕਰਦੇ ਆ, ਬੱਚਿਆਂ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚੀਜ਼ਾਂ ਦੇ ਟਾਈਮ ਦਿੰਦੇ ਨੇ। ਸੋ ਜਿਸ ਤਰੀਕੇ ਦੇ ਨਾਲ ਸਾਨੂੰ ਅੱਜ ਟਾਈਮ ਦਿੱਤਾ ਇਹਨਾਂ ਨੇ, ਸੋ ਤੁਸੀਂ ਕੋਈ ਸਵਾਲ ਪੁੱਛਣਾ ਤੁਸੀਂ ਵੀ ਪੁੱਛ ਸਕਦੇ ਹੋ ਭਾਈ। ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਮੌਕਾ ਇੱਕ ਵਾਰੀ ਹੱਥੋਂ ਚਲਾ ਜਾਂਦਾ ਉਹ ਫਿਰ ਨਹੀਂ ਆਉਂਦਾ। 9261 92162 ਠੀਕ ਹੈ ਜੀ, ਇਸ ਨੰਬਰ ਤੇ ਕਾਲ ਕਰਕੇ ਸਾਨੂੰ ਸਵਾਲ ਪੁੱਛ ਸਕਦੇ ਹੋ। ਤੇ ਮੈਂ ਹੁਣ ਫੇਰ ਆਣਾ ਡਾਕਟਰ ਸਾਹਿਬ ਦੇ ਉੱਪਰ। ਸੋ ਡਾਕਟਰ ਸਾਹਿਬ ਕੀ ਜਿਹੜੀ ਆਪਾਂ ਲੀਵਰ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਹੋਰ ਇੱਕ ਬਾਈਲ ਨਾਮ ਦੀ ਚੀਜ਼ ਹੁੰਦੀ ਹੈ, ਉਹ ਕੀ ਹੁੰਦੀ ਹੈ? ਦੇਖੋ ਬਾਈਲ ਲਿਵਰ ਇੱਕ ਜੂਸ ਬਣਾਉਂਦਾ ਜਾਂ ਡਾਈਜੈਸ਼ਨ 'ਚ ਹੈਲਪ ਕਰਦਾ ਆਪਣੇ ਜੀ। ਸੋ ਲਿਵਰ ਦਾ ਬੇਸਿਕਲੀ ਕੀ ਕੰਮ ਆ, ਜਿਵੇਂ ਕਿ ਦੱਸ ਰਿਹਾ ਬੇਸਿਕ ਡਾਈਜੈਸ਼ਨ 'ਚ ਮੇਨ ਰੋਲ ਆ, ਕਿਉਂਕਿ ਇੰਟੈਸਟਾਈਨ ਦੇ ਵਿੱਚ ਜਿਹੜਾ ਆਪਣਾ ਫੂਡ ਖਾਣੇ ਉਹ ਡਾਈਜੈਸਟ ਹੁੰਦਾ, ਉਹ ਤੋਂ ਜੂਸ ਆਉਂਦਾ ਗਲੈਂਡਸ ਤੋਂ। ਇੱਕ ਪੈਂਕਰੀਆਸ ਗਲੈਂਡ ਹੁੰਦੀ ਹੈ, ਇੱਕ ਆਉਂਦਾ ਹੁੰਦਾ ਮੇਨ ਲਿਵਰ। ਲਿਵਰ ਵੀ ਇੱਕ ਗਲੈਂਡ ਆ। ਸੋ ਲਿਵਰ ਦੇ ਤੋਂ ਬਾਈਲ ਬਣਦਾ, ਪੈਂਕਰੀਆ ਤੋਂ ਪੈਂਕਰੀਆਟਿਕ ਜੂਸ ਬਣਦਾ। ਇਹ ਦੋਨੇ ਜੂਸ ਆ ਜਿਹੜੇ ਆਪਣੀ ਮੇਨ ਡਾਈਜੈਸ਼ਨ ਦੇ ਵਿੱਚ ਹੈਲਪ ਕਰਦੇ ਆ। ਆਪਾਂ ਇਹ ਕਹਿ ਸਕਦੇ ਕਿ ਲੀਵਰ ਇੱਕ ਫਿਲਟਰ ਦਾ ਵੀ ਕੰਮ ਕਰਦਾ ਹੈ। ਹਾਂ ਯੈਸ, ਲਿਵਰ ਦਾ, ਹਾਂ ਵੈਰੀ ਰਾਈਟ। ਲਿਵਰ ਦਾ ਕੰਮ ਇੱਕ ਤਰ੍ਹਾਂ ਤੁਸੀਂ ਇਹ ਵੀ ਕਹਿ ਸਕਦੇ ਬੋਡੀ ਨੂੰ ਡੀਟੌਕਸੀਫਾਈ ਕਰਦਾ ਜੀ। ਸੋ ਬੋਡੀ ਜਿਵੇਂ ਕਿਡਨੀ ਆਪਣਾ ਯੂਰੀਨੇਸ਼ਨ ਕਰਕੇ ਆਪਣੀ ਬੋਡੀ ਚੋਂ ਟੌਕਸਿਨਸ ਕੱਢਦੀ ਆ, ਉਵੇਂ ਲਿਵਰ ਆਪਣੇ ਆਪ ਲਿਵਰ ਨੂੰ ਡੀਟੌਕਸੀਫਾਈ ਕਰਦਾ ਬਲੱਡ ਨੂੰ। ਸੋ ਜੇ ਆਪਣਾ ਲਿਵਰ ਡਾਊਨ ਹੋਵੇ, ਜਾਂ ਆਪਾਂ ਸੁਣਿਆ ਹੋਣਾ ਲਿਵਰ ਡਾਊਨ ਚਲਾ ਗਿਆ ਤਾਂ ਪੇਸ਼ੈਂਟ ਬੇਹੋਸ਼ੀ ਚਲਾ ਗਿਆ। ਸੋ ਇਹ ਵੀ ਹੁੰਦਾ ਲਿਵਰ 'ਚ ਗੰਦਗੀ ਜਿਹੜੀ ਆਪਣੀ ਬਲੱਡ ਦੀ ਗੰਦਗੀ ਆ ਉਹਦੀ ਸਾਫ਼ ਕਰਦਾ, ਉਹ ਵੀ ਫਿਲਟਰੇਸ਼ਨ ਵੀ ਕਰਦਾ ਲਿਵਰ। ਯੈਸ, ਇਹ ਮੈਂ ਇੱਕ ਪੁਆਇੰਟ ਜਿਹੜਾ ਰਹਿ ਗਿਆ ਸੀ ਇਹਨਾਂ ਨੇ ਉਠਾ ਲਿਆ, ਉਹ ਬਹੁਤ ਇੰਪੋਰਟੈਂਟ ਆ ਵੀ ਲਿਵਰ ਦਾ ਰੋਲ ਇਹਦੇ 'ਚ ਵੀ ਆ ਬੋਡੀ ਨੂੰ ਡੀਟੌਕਸੀਫਾਈ ਕਰਨ ਦੇ ਵਿੱਚ, ਕਿ ਜਿਹੜਾ ਬਲੱਡ ਹੈ ਉਹਨੂੰ ਵੀ ਕਿਤੇ ਨਾ ਕਿਤੇ ਸਾਫ਼ ਕਰਦਾ। ਬਿਲਕੁਲ ਬਿਲਕੁਲ, ਉਹਨੂੰ ਸਾਫ਼ ਕਰਦਾ। ਅਮੋਨੀਆ ਹੁੰਦਾ ਬੇਸਿਕਲੀ ਜਿਹੜਾ ਆਪਣੇ ਗੱਟ ਦੇ ਵਿੱਚ ਬਣਦਾ, ਉਹ ਆਪਣੇ ਬਲੱਡ ਦੇ ਵਿੱਚੋਂ ਜੇ ਅਮੋਨੀਆ ਜ਼ਿਆਦਾ ਹੋ ਜੇ ਤਾਂ ਆਪਣੇ ਸਿੱਧਾ ਬ੍ਰੇਨ ਨੂੰ ਜਾ ਕੇ ਉਹ ਬ੍ਰੇਨ 'ਚ ਬੇਹੋਸ਼ੀ ਕਰ ਦਿੰਦਾ। ਸੋ ਅਮੋਨੀਆ ਨੂੰ ਜਿਹੜਾ ਆਪਾਂ ਖਤਮ ਕਰਨ ਦਾ ਕੰਮ ਆ, ਰੋਲ ਆ ਮੇਨ, ਉਹ ਲਿਵਰ ਦਾ ਹੀ ਹੈ। ਜਿੰਨੇ ਵੀ ਜਿਹੜੇ ਫਾਲਤੂ ਕੈਮੀਕਲਸ ਜਿਨ੍ਹਾਂ ਨੂੰ ਕਹਿ ਸਕਦੇ ਆ, ਉਹਨਾਂ ਨੂੰ ਖਤਮ ਕਰਦਾ ਜਿਹੜਾ ਬੋਡੀ ਦੇ ਵਿੱਚ, ਜਿਵੇਂ ਆਪਾਂ ਐਸਿਡਸ ਕਹਿ ਸਕਦੇ ਹਾਂ। ਕੁਝ ਡਾਕਟਰ ਸਾਹਿਬ ਇਹ ਕੁਝ ਸਟੋਰ ਵੀ ਕਰਦਾ ਆਪਣੇ ਅੰਦਰ, ਜਿਹਦੀ ਕੁਝ ਚੀਜ਼ਾਂ ਦੀ ਬੋਡੀ ਨੂੰ ਲੋੜ ਹੋਈ ਆ, ਇਹ ਪਹਿਲਾਂ ਤੋਂ ਆਪਣੇ ਅੰਦਰ ਸਟੋਰ ਕਰਕੇ ਰੱਖ ਲੇ, ਲਾਈਕ ਵਿਟਾਮਿਨਸ, ਪ੍ਰੋਟੀਨਸ, ਇਦਾਂ ਦੀ ਕੁਝ। ਹਾਂਜੀ, ਲਿਵਰ ਦਾ ਕੰਮ ਵੈਸੇ ਬਹੁਤ ਮਲਟੀਪਲ ਕੰਮ ਆ, ਬਟ ਲਿਵਰ ਦੇ ਵਿੱਚ ਇੱਕ ਸਟੋਰੇਜ ਦਾ ਕੰਮ ਇਹ ਹੈ, ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਸ਼ੂਗਰ ਦੇ ਵਿੱਚ ਦਾ ਕਿਵੇਂ ਰੋਲ ਆ, ਕਿਉਂਕਿ ਸ਼ੂਗਰ ਦਾ ਮੇਨ ਸਟੋਰੇਜ ਆ ਜਿਹੜਾ ਇਹੀ ਹੈ। ਜੇ ਮੰਨ ਲਓ ਆਪਾਂ ਫਾਸਟਿੰਗ ਰੱਖਿਆ, ਆਪਣਾ ਸ਼ੂਗਰ ਘਟਦਾ ਨਹੀਂਗਾ, ਇਹ ਨਹੀਂ ਵੀ ਪੇਸ਼ੈਂਟ ਉਹਦੇ ਫਾਸਟਿੰਗ ਇੱਕਦਮ ਸ਼ੂਗਰ ਘਟ ਗਿਆ, ਕਈ ਦਿਨ ਵੀ ਲੋਕ ਫਾਸਟਿੰਗ ਕਰਦੇ ਆ, ਉਹਦੇ ਵਿੱਚ ਮੇਨ ਕਿਉਂ, ਕਿਉਂਕਿ ਲਿਵਰ ਨੇ ਉਹ ਸਟੋਰ ਰੱਖਿਆ ਹੋਇਆ, ਤਾਂ ਉਹ ਉੱਥੋਂ ਸਪਲਾਈ ਆਨ ਰਹਿੰਦੀ ਹੈ। ਤਾਂ ਇਹਦੇ ਕਰਕੇ ਲਿਵਰ ਦਾ ਰੋਲ ਸਟੋਰੇਜ ਦੇ ਵਿੱਚ ਵੀ ਹੈ। ਕੁਝ ਵਿਟਾਮਿਨਸ ਵੀ ਆ ਜਿਹਨੂੰ ਸਟੋਰ ਕਰਦਾ, ਬਟ ਮੋਸਟ ਇੰਪੋਰਟੈਂਟ ਆ ਇਹ ਗਲੂਕੋਜ਼ ਨੂੰ ਗਲਾਈਕੋਜਨ ਫਾਰਮ ਦੇ ਵਿੱਚ ਸਟੋਰ ਕਰਕੇ ਰੱਖਦਾ, ਜਿਹੜਾ ਔਨ ਨੀਡ ਔਨ ਡਿਮਾਂਡ ਆਪਣੀ ਬੋਡੀ ਨੂੰ ਰਿਕੁਆਇਰਮੈਂਟ ਹੁੰਦੀ ਆ, ਉੱਥੋਂ ਆਉਂਦਾ ਰਹਿੰਦਾ। ਕੀ ਬਾਤ ਹੈ। ਔਰ ਮੈਟਾਬੋਲਿਜ਼ਮ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਸਰ। ਮੈਟਾਬੋਲਿਜ਼ਮ ਲਿਵਰ ਦਾ ਕੀ ਹੈ, ਲਿਵਰ ਮੇਨ ਗਲੈਂਡ ਆ ਜਿਹੜਾ ਆਪਣੇ ਮੈਟਾਬੋਲਿਜ਼ਮ ਨੂੰ ਔਨ ਰੱਖਦਾ। ਇਸ ਲਈ ਕਹਿੰਦੇ ਆ ਜਦੋਂ ਆਪਣਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ, ਮੰਨ ਲਓ ਆਪਾਂ ਸੈਰ ਕਰਦੇ ਆ, ਵਾਕ ਕਰਦੇ ਆ, ਉਹ ਆਪਣੀ ਇੱਕ ਤਰ੍ਹਾਂ ਦਾ ਜਿਵੇਂ ਕਹਿੰਦਾ ਮਸ਼ੀਨ ਨੂੰ ਆਪਾਂ ਔਨ ਰੱਖੀਏ ਤਾਂ ਆਪਣਾ ਮੈਟਾਬੋਲਿਜ਼ਮ ਓਕੇ ਰਹਿੰਦਾ ਤੇ weight put on ਨਹੀਂ ਹੁੰਦਾ। ਜੇ ਆਪਾਂ ਸਲੋ ਡਾਊਨ ਕਰ ਲਈਏ ਆਪਣੀ ਬੋਡੀ ਨੂੰ ਤਾਂ weight put on ਹੋਣਾ ਸ਼ੁਰੂ ਹੋ ਜਾਂਦਾ। ਇਸ ਲਈ ਲਿਵਰ ਦੇ ਵਿੱਚ ਫੈਟੀ ਲਿਵਰ ਫੈਟ ਤਾਂ ਹੀ ਡਿਪੋਜ਼ਿਟ ਹੁੰਦੀ ਆ, ਜੇ ਆਪਾਂ ਬੈਠੇ ਰਹੇ, ਸਿਟਿੰਗ ਹੋ ਗਈ, ਮੈਟਾਬੋਲਿਜ਼ਮ ਸਲੋ ਹੋ ਗਿਆ ਤਾਂ ਲਿਵਰ ਦੇ ਵਿੱਚ ਫੈਟ ਇਕੱਠੀ ਹੋਣੀ ਸ਼ੁਰੂ ਹੋ ਗਈ, ਦੈਟ ਇਜ਼ ਕਾਲਡ ਫੈਟੀ ਲਿਵਰ। ਕੀ ਬਾਤ ਹੈ। ਔਰ ਬਿਲਕੁਲ ਕਿ ਜਿਵੇਂ ਕਹਿੰਦੇ ਮੈਂ ਆਪਾਂ ਗੱਲ ਵੀ ਕਰਦੇ ਹੁੰਦੇ ਹਾਂ ਕਿ ਬੋਡੀ ਆਪਣੀ ਇੱਕ ਮਸ਼ੀਨ ਆ, ਕੁਦਰਤੀ ਮਸ਼ੀਨ ਆ, ਕਿ ਜਿਹੜੀ ਬਨਾਵਟੀ ਮਸ਼ੀਨ ਹੈ ਜੇ ਆਪਾਂ ਉਹਨੂੰ ਵੀ ਕੰਮ ਦੇ ਵਿੱਚ ਨਾ ਲਿਆਈਏ, ਹਨਾ, ਯੂਜ਼ ਨਾ ਕਰੀਏ ਤਾਂ ਕਾਫੀ ਦੇਰ ਪਈ ਰਹੇ ਤਾਂ ਉਹਨੂੰ ਵੀ ਜ਼ਰ ਲੱਗ ਜਾਂਦਾ, ਵਰਕਿੰਗ ਉਹਦੇ ਜਿਹੜੇ ਪਾਰਟਸ ਆ ਉਹ ਬੰਦ ਹੋ ਜਾਂਦੇ ਕਰਨੇ। ਸੋ ਬੋਡੀ ਵੀ ਇਦਾਂ ਹੈ, ਡਾਕਟਰ ਸਾਹਿਬ ਇਹ ਕਹਿ ਰਹੇ ਕਿ ਸਿੰਪਲ ਤਰੀਕੇ 'ਚ ਇਹ ਕਹਿ ਰਹੇ ਨੇ ਕਿ ਜੇ ਆਪਣੀ ਬੋਡੀ ਦੇ ਜਿਹੜੇ ਪਾਰਟਸ ਆ ਜੇ ਇਹਨਾਂ ਨੂੰ ਵਰਕਿੰਗ 'ਚ ਨਾ ਲਿਆਂਦਾ ਗਿਆ ਤਾਂ ਜਿਹੜੀਆਂ ਓਵਰਲੋਡਡ ਚੀਜ਼ਾਂ ਇਹਦੇ ਉੱਪਰ ਗੇਰਦੇ ਆ ਜਾਂ ਖਾਣੇ ਪੀਣੇ ਸੁੱਟਦੇ ਆ, ਜਿਹੜੀਆਂ ਵੇਸਟ ਚੀਜ਼ਾਂ ਨੇ, ਸੋ ਉਹ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਇਨਫੈਕਸ਼ਨ ਜਾਂ ਹੋਰ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਨੇ। ਸੋ ਸਵਾਲ ਜਵਾਬ ਜੋ ਬਹੁਤ ਹੀ ਇੰਟਰਸਟਿੰਗ ਚੱਲ ਰਿਹਾ, ਜੇ ਤੁਹਾਡੇ ਜ਼ਿਹਨ 'ਚ ਵੀ ਕੋਈ ਸਵਾਲ ਅੜਿਆ ਹੋਇਆ ਜਾਂ ਕੋਈ ਪੁੱਛਣਾ ਚਾਹੁੰਦੇ ਹੋ, ਬਣੇ ਹੋਏ ਨੇ ਡਾਕਟਰ ਸਾਹਿਬ ਔਰ ਬਣੇ ਰਹਿਣਗੇ, ਕਿਉਂਕਿ ਅੱਜ ਦਾ ਐਪੀਸੋਡ ਥੋੜਾ ਜਿਹਾ ਹੋਰ ਵੱਡਾ ਹੈ, ਅੱਧੇ ਘੰਟੇ ਦਾ ਹੁੰਦਾ, ਅੱਜ ਘੰਟੇ ਦਾ ਲੈ ਕੇ ਆਏ ਹਾਂ ਤੁਹਾਡੇ ਰੂਬਰੂ। ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਅੱਜ ਵਰਲਡ ਲੀਵਰ ਡੇ ਦੇ ਉੱਪਰ, ਯਾਨੀ ਕਿ ਜਿਗਰ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਉੱਪਰ। ਸੋ ਜੇ ਤੁਹਾਨੂੰ ਕੋਈ ਸਮੱਸਿਆ ਜਾਂ ਤੁਹਾਡੇ ਕਿਸੇ ਹੋਰ ਕਰੀਬੀ ਨੂੰ ਜਾਂ ਜਾਣ ਪਹਿਚਾਣ ਵਾਲੇ ਨੂੰ ਹੈ, ਉਹਨਾਂ ਦੇ ਰਿਲੇਟਡ ਤੁਸੀਂ ਪੁੱਛਣਾ ਚਾਹੁੰਦੇ ਹੋ, ਕੁਝ ਵੀ ਪੁੱਛ ਸਕਦੇ ਹੋ। ਡਾਕਟਰ ਸਾਹਿਬ ਸਾਡੇ ਨਾਲ ਬਣੇ ਹੋਏ ਨੇ, ਡਾਕਟਰ GS ਸਿੱਧੂ ਜੀ ਪਟਿਆਲਾ ਤੋਂ, ਸਾਡੇ ਲੀਵਰ ਸਪੈਸ਼ਲਿਸਟ। ਕਾਲਰ ਰੈਡੀ ਨੇ ਡਾਕਟਰ ਸਾਹਿਬ? ਹਾਂਜੀ, ਵੈਲਕਮ ਕਰਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਸਰ ਮੈਂ ਸੰਦੀਪ ਸਿੰਘ ਗੱਲ ਕਰ ਰਿਹਾ, ਰਾਜਪੁਰੇ ਤੋਂ ਜੀ। ਰਾਜਪੁਰੇ ਤੋਂ, ਵੈਲਕਮ ਹੈ ਤੁਹਾਡਾ ਜੀ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਕੋਈ ਵੀ ਹੈਲਥ ਰਿਗਾਰਡਿੰਗ ਕੋਈ ਵੀ ਸੁਣਾ ਦਿਓ ਜੀ, ਵਧੀਆ ਜਿਹਾ। ਅੱਛਾ ਜੀ, ਜਰੂਰ ਸੁਣਾਵਾਂਗੇ ਜੀ। ਡਾਕਟਰ ਸਾਹਿਬ ਖੜੇ ਨੇ ਜੀ, ਲੀਵਰ ਦੇ ਉੱਪਰ ਗੱਲ ਕਰ ਰਹੇ ਹਾਂ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਨਾ ਸਰ ਮੋਟਾਪਾ ਬਹੁਤ ਜ਼ਿਆਦਾ ਜੀ, ਮੈਂ ਮੋਟਾਪੇ ਬਾਰੇ ਗੱਲ ਕਰਨੀ ਸੀ ਜੀ। ਮੋਟਾਪਾ ਕਿੱਦਾਂ ਕੰਟਰੋਲ ਕਰ ਸਕਦੇ ਆਪਾਂ ਮੋਟਾਪੇ ਨੂੰ ਨਾ? ਅੱਛਾ ਜੀ, ਮੋਟਾਪੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ? ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨ ਲਈ, ਧੰਨਵਾਦ ਹੈ ਜੀ। ਸ਼ੁਕਰੀਆ ਜੀ, ਸ਼ੁਕਰੀਆ। ਡਾਕਟਰ ਸਾਹਿਬ ਮੋਟਾਪੇ 'ਚ ਇਹਦੇ 'ਚ ਕੀ ਰੋਲ ਹੈ ਲੀਵਰ ਦਾ, ਇਹ ਦੱਸੋ ਪਹਿਲਾਂ। ਦੇਖੋ, ਮੋਟਾਪਾ ਇਟਸੈਲਫ ਹੀ ਕਹਿੰਦੇ ਆ ਨਾ, ਜਿਵੇਂ ਬਹੁਤ ਬਿਮਾਰੀਆਂ ਦੀ ਜੜ ਆ, ਮਲਟੀਪਲ ਡਿਜ਼ੀਜ਼ ਆ ਜਿਹੜੀ ਮੋਟਾਪੇ ਨਾਲ ਰਿਲੇਟਡ ਆ ਜੀ।
ਇੱਕ ਪਹਿਲਾ ਫਸਟ ਆਪਾਂ ਕਹਾਂਗੇ ਮੋਟਾਪੇ ਆਉਣ ਦੇ ਰੀਜ਼ਨਸ ਵੀ ਮਲਟੀਪਲ ਆ। ਸਮ ਟਾਈਮ ਤਾਂ ਜੈਨੇਟਿਕਲੀ ਮੋਟਾਪਾ ਆਉਂਦਾ, ਜੀਨਸ ਵੀ ਆਪਣੇ ਮੈਟਰ ਕਰਦੇ, ਉਹ ਤਾਂ ਜੀਨਸ ਤਾਂ ਖੈਰ ਆਪਾਂ ਨਹੀਂ ਚੇਂਜ ਕਰ ਸਕਦੇ ਜੀ। ਸੋ ਆਪਣੇ ਹੱਥ ਜਿਹੜਾ ਆਪਾਂ ਉਹ ਕਰ ਸਕਦੇ ਹਾਂ। ਸੈਕੰਡ ਹੁੰਦਾ ਪੂਅਰ ਲਾਈਫ ਸਟਾਈਲ। ਥਰਡ ਹੁੰਦਾ ਆਪਣੀ ਡਾਈਟ ਇਨਟੇਕ ਦੇ ਵਿੱਚ ਆਪਾਂ ਕੈਲਰੀਜ਼ ਜ਼ਿਆਦਾ ਲੈ ਰਹੇ ਹਾਂ, ਬਰਨ ਕਰ ਨਹੀਂ ਰਹੇ। ਸੋ ਆਪਾਂ ਐਕਸਰਸਾਈਜ਼ ਕਰ ਨਹੀਂ ਰਹੇ ਐਂਡ ਕੈਲਰੀਜ਼ ਆਪਣੀਆਂ ਔਨ ਆ। ਫਾਸਟ ਫੂਡ, ਜੰਕ ਫੂਡ, ਸ਼ੂਗਰ ਇਨਟੇਕ, ਕੋਲਡ ਡਰਿੰਕ, ਜੂਸਿਸ, ਇਹ ਸਾਰੇ ਅਸੀਂ ਬੜਾ ਮਤਲਬ ਜੇ ਤੁਹਾਨੂੰ ਕਹਾਂ ਜਿਹੜੀ ਚੀਜ਼ ਮੋਟਾਪੇ ਲਈ ਬਿਗ ਨੋ ਆ, ਜਿਹੜੀ ਅਸੀਂ ਕਹਿੰਦਾ ਬਿਲਕੁਲ ਨਹੀਂ ਲੈਣੀ ਆ, ਉਹ ਇਹੀ 4-5 ਚੀਜ਼ਾਂ ਜਿਹੜੀਆਂ ਨਹੀਂ ਲੈਣੀਆਂ। ਜੰਕ ਫੂਡ ਹੋ ਗਿਆ, ਕੋਲਡ ਡਰਿੰਕਸ ਹੋ ਗਏ ਜਿਹੜੇ ਟੋਟਲੀ ਫਰਕਟੋਜ਼ ਹੁੰਦਾ, ਇਵਨ ਜੂਸਿਸ ਨਾ ਲਓ। ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੀਦਾ, ਜੂਸ ਦਾ ਵੀ ਕੰਸੈਪਟ ਬੜਾ ਮਿੱਥ ਹੈ ਵੀ ਜੂਸ ਬਹੁਤ ਬੈਨੀਫੀਸ਼ੀਅਲ ਆ। ਫਰੂਟ ਖਾਓ, ਕਿਉਂਕਿ ਫਰੂਟ ਤੇ ਜੂਸ 'ਚ ਉਹੀ ਫਰਕ ਆ ਜਿਹੜਾ ਆਟੇ ਤੇ ਮੈਦੇ 'ਚ। ਫਰੂਟ ਆਟਾ ਵਾ ਤੇ ਜੂਸ ਮੈਦਾ। ਸੋ ਤੁਸੀਂ ਅੰਡਰਸਟੈਂਡ ਕਰ ਲਓਗੇ ਬੜਾ ਈਜ਼ੀਲੀ ਵੀ ਮੈਦਾ ਚੰਗਾ ਹੁੰਦਾ ਕਿ ਸੋ ਜੂਸ ਇੱਕ ਉਹਦੀ ਰਿਫਾਈਨ ਫਾਰਮ ਆ ਫਰੂਟ ਦੀ, ਫਾਈਬਰ ਨਿਕਲ ਗਿਆ। ਜੇ ਆਪਾਂ ਆਟੇ 'ਚੋਂ ਫਾਈਬਰ ਕੱਢ ਦਿੰਦੇ ਹਾਂ ਮੈਦਾ ਬਣ ਜਾਂਦਾ, ਇਸ ਤਰ੍ਹਾਂ ਹੀ ਆਪਾਂ ਫਰੂਟ 'ਚੋਂ ਫਾਈਬਰ ਕੱਢ ਦੋ ਜੂਸ ਬਣ ਜਾਂਦਾ। ਜੀ। ਸੋ ਕੋਲਡ ਡਰਿੰਕ, ਜੂਸਿਸ, ਫਾਸਟ ਫੂਡ, ਜੰਕ ਫੂਡ, ਇਹ ਚੀਜ਼ਾਂ ਤੇ ਸ਼ੂਗਰ ਇਨਟੇਕ, ਓਵਰਆਲ ਸ਼ੂਗਰ ਇਨਟੇਕ ਆ, ਇਹਨੂੰ ਬਿਲਕੁਲ ਕੱਟ ਡਾਊਨ ਕਰਨੀ ਪੈਣੀ ਆ ਮੋਟਾਪਾ ਕੰਟਰੋਲ ਕਰਨ ਲਈ। ਸੈਕੰਡ, ਤੁਹਾਨੂੰ ਬਹੁਤ ਆਪਣੀ ਇਹ ਇੱਕ ਮੋਟਾਪਾ ਲਈ ਤੁਹਾਨੂੰ ਇੱਕ ਮਾਈਂਡ ਗੇਮ ਬਣ ਜਾਂਦੀ ਬਾਅਦ 'ਚ ਜਾ ਕੇ। ਤਾਂ ਜੇ ਤੁਹਾਡਾ ਸਟਰੋਂਗ ਮਾਈਂਡ ਆ, ਤੁਸੀਂ ਬਹੁਤ ਮਤਲਬ ਕਿ ਸਟਰੋਂਗ ਮਾਈਂਡ ਦੇ ਫਿਰ ਤੁਸੀਂ weight loss ਕਰ ਸਕਦੇ ਆ। ਅਗਰ ਨਹੀਂ ਤਾਂ ਅਦਰਵਾਈਜ਼ ਮੋਟਾਪੇ ਨਾਲ ਡਿਪਰੈਸ਼ਨ ਵੀ ਆ ਜਾਂਦੀ ਹੈ ਜੀ। ਮੋਟਾਪੇ ਨਾਲ ਮਲਟੀਪਲ ਪ੍ਰੋਬਲਮ ਜੁੜ ਜਾਂਦੀ, ਜਿਹਦਾ ਮੋਟਾਪਾ ਇੱਕੋ ਹੀ ਸ਼ੁਰੂ ਹੁੰਦਾ ਨਾ, ਉਹ ਫਿਰ ਆਨ ਨਹੀਂ ਰਹਿੰਦਾ। ਕਿਤੇ ਨਾ ਕਿਤੇ ਸਮਾਜ 'ਚ ਵੀ ਬੰਦੇ ਨੂੰ ਫਿਰ ਮਜ਼ਾਕ ਦਾ ਪਾਤਰ ਵੀ ਬਣਨਾ ਪੈਂਦਾ ਕਿ ਲੋਕ ਫਿਰ ਕਹਿ ਦਿੰਦੇ ਆ ਕਿ ਤੂੰ ਤਾਂ ਮੋਟਾ ਹੈ, ਤੂੰ ਬਹੁਤ ਜ਼ਿਆਦਾ ਖਾਣਾ ਹੈ। ਫਿਰ ਉਹਨੂੰ ਕਵਰ ਕਰਨ ਲਈ ਕੀ ਕਹਿਣਾ ਪੈਂਦਾ ਹੁੰਦਾ, ਅਸੀਂ ਤਾਂ ਫਿਰ ਖਾਂਦੇ ਪੀਂਦੇ ਕਰਦੇ ਆ। ਸੋ ਇਹ ਡਾਇਲੋਗ ਨਾ ਮਾਰਨਾ ਪਏ ਤੁਹਾਨੂੰ। ਸੋ ਅੱਗੇ ਜਾ ਕੇ ਬਹੁਤ ਜ਼ਿਆਦਾ ਮਿਹਨਤ ਨਾ ਕਰਨੀ ਪਏ। ਉਸ ਤੋਂ ਪਹਿਲਾਂ ਹੀ ਇਹ ਹੈ ਕਿ ਸਮਝੋ, ਪਹਿਲਾਂ ਹੀ ਆਪਣੀ ਹੈਲਥ ਨੂੰ ਲੈ ਕੇ ਚੱਲੋ ਔਰ ਪਹਿਲਾਂ ਹੀ ਉਹਨਾਂ ਕਿ ਡਾਕਟਰ ਸਾਹਿਬ ਕਿ ਜਿੱਥੇ ਕੈਲਰੀਜ਼ ਦੀ ਗੱਲ ਕਰ ਰਹੇ ਹਾਂ ਕਿ ਆਪਾਂ ਓਵਰ ਕੈਲਰੀਜ਼ ਇਨਟੇਕ ਕਰ ਰਹੇ ਹਾਂ, ਸੋ ਉਹਦਾ ਕਿੰਨਾ ਕੁ ਉਹ ਹੋਣਾ ਚਾਹੀਦਾ। ਜੇ ਮੈਂ ਕੁਆਂਟੀਟੀ ਦੀ ਗੱਲ ਕਰਾਂ, ਜੇ ਐਜ਼ ਐਨ ਨਿਊਟ੍ਰੀਸ਼ਨਸ ਦੀ ਗੱਲ ਕਰਾਂ ਕਿ ਕਿੰਨੀ ਕੈਲਰੀਜ਼ ਇੱਕ ਬੰਦੇ ਦੀ ਇੱਕ ਡੇਲੀ ਰੂਟੀਨ ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਕੈਲਰੀਜ਼ ਦਾ ਕੀ ਕੰਸੈਪਟ ਆ, ਹਰੇਕ ਬੋਡੀ ਡਿਫਰੈਂਟਲੀ ਡਿਜ਼ਾਈਨਡ ਆ। ਮਤਲਬ ਆਪਾਂ ਓਵਰਆਲ ਦੇਖੀਏ ਨਾ, ਬੱਚੇ ਤੋਂ ਲੈ ਕੇ ਅਡਲਟ ਦੇ ਵਿੱਚ ਕੈਲਰੀ ਡਿਮਾਂਡਸ ਆ ਡਿਫਰੈਂਟ। ਆਪਾਂ ਨੂੰ ਇਹ ਇੰਪੋਰਟੈਂਟ ਆ ਵੀ ਆਪਾਂ ਫੂਡ ਜਿਹੜਾ ਖਾ ਰਹੇ ਹਾਂ ਦੈਟ ਸ਼ੁੱਡ ਬੀ ਹੈਲਦੀ ਜੀ। ਆਪਾਂ ਈਟਿੰਗ ਇਜ਼ ਨਾਟ ਅ ਪ੍ਰੋਬਲਮ। ਜੇ ਖਾਣਾ ਕਦੇ ਖਾਣਾ, ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਜੂਸ ਕਦੇ ਨਹੀਂ ਪੀਣਾ ਜੀ, ਕੋਈ ਵੀ ਚੀਜ਼ ਕਦੇ ਨਹੀਂ ਕਰਨੀ, ਪਰ ਉਹਦੀ ਹੈਬਿਟ ਨਹੀਂ ਹੋਣੀ ਚਾਹੀਦੀ। ਮੋਟਾਪਾ ਇੱਕ ਹੈਬਿਟ ਡਿਸਆਰਡਰ ਆ। ਇੱਕ ਅਸੀਂ ਇਸ ਤਰ੍ਹਾਂ ਦੇ ਵੀ ਬੱਚੇ ਬਚਪਨ ਤੁਸੀਂ ਦੇਖੋਗੇ ਕਈ ਬੱਚੇ ਕੋਲਡ ਡਰਿੰਕ ਹੀ ਲੀਟਰ ਪੀ ਜਾਂਦੇ ਆ। ਸੋ ਇੱਕ ਹੈਬਿਟ ਇੰਨੀ ਬਣ ਜਾਂਦੀ ਆ, ਉਹ ਪਾਣੀ ਜਗ੍ਹਾ ਕੋਲਡ ਡਰਿੰਕ ਪੀ ਰਹੇ ਆ। ਸੋ ਇੱਕ ਹੈਬਿਟ ਹੈ ਮਾੜੀ ਆ। ਵਾਂਸ ਇਨ ਏ ਮੰਥ ਤੁਸੀਂ ਜੰਕ ਫੂਡ ਵੀ ਖਾ ਲਓਗੇ, ਇਜ਼ ਨਾਟ ਅ ਪ੍ਰੋਬਲਮ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜੰਕ ਫੂਡ ਰੂਟੀਨ ਬਣਨਾ, ਇੱਕ ਅਲਟਰਨੇਟ ਡੇ ਖਾਣਾ, ਦੈਟ ਇਜ਼ ਅ ਪ੍ਰੋਬਲਮ। ਬਿਲਕੁਲ। ਸੋ ਆਪਣੇ ਕੀ ਆ, ਹੈਲਦੀ ਲਾਈਫ ਸਟਾਈਲ ਦੇ ਵਿੱਚ ਆਪਾਂ ਨੂੰ ਮੀਲਸ, ਸਮਾਲ ਮੀਲਸ ਖਾਓ, ਸ਼ਾਰਟ ਮੀਲਸ ਖਾਓ, ਐਟਲੀਸਟ 3 ਵਾਰ ਦੀ ਜਗ੍ਹਾ 5 ਵਾਰ ਖਾ ਲਓ। ਰਾਤ ਦਾ ਖਾਣਾ ਥੋੜਾ ਲਾਈਟ ਰੱਖੋ ਐਂਡ ਖਾਣੇ ਦੇ ਵਿੱਚ ਫਾਈਬਰ ਜ਼ਿਆਦਾ ਲਓ, ਪ੍ਰੋਟੀਨ ਜ਼ਿਆਦਾ ਲਓ, ਕਾਰਬੋਹਾਈਡਰੇਟ ਜਿਹਨੂੰ ਆਪਾਂ ਸ਼ੂਗਰ ਇਨਟੇਕ ਓਵਰਆਲ ਜਿਹੜੇ ਕੈਲਰੀਜ਼ ਆ, ਜਿਹੜੀ ਪਿਓਰ ਕੈਲਰੀਜ਼ ਆ, ਉਹਦੀ ਇਨਟੇਕ ਨੂੰ ਆਪਾਂ ਕੱਟ ਡਾਊਨ ਕਰਨਾ। ਔਰ ਦੇਖ ਰਹੇ ਹੋ ਕਿੰਨੀ ਜ਼ਿਆਦਾ ਤੁਹਾਨੂੰ ਜਿਹੜੀ ਇਨਫੋਰਮੇਸ਼ਨ, ਜਾਣਕਾਰੀ ਜਿਹੜੀ ਕਿ ਮਿਲ ਰਹੀ ਆ ਅੱਜ ਲਾਈਵ ਬੈਠੇ ਘਰ ਬੈਠੇ ਜਾਣਕਾਰੀ ਮਿਲ ਰਹੀ ਆ। ਨਹੀਂ ਤਾਂ ਤੁਸੀਂ ਆਲਮੋਸਟ ਜਦੋਂ ਵੀ ਕਿਤੇ ਡਾਕਟਰ ਸਾਹਿਬ ਕਿਤੇ ਵੀ ਡਾਕਟਰ ਕੋਲ ਜਾਂਦੇ ਹੋ ਹਨਾ, ਕੋਈ ਕਿਸੇ ਵੀ ਡਾਕਟਰ ਕੋਲ ਜਾਂਦੇ ਹੋ ਤਾਂ ਅਪਾਇੰਟਮੈਂਟ ਲੈਣੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਂਦਾ ਹੁੰਦਾ, ਪਰ ਇੱਥੇ ਲਾਈਵ ਸਿੱਧੀ ਗੱਲਬਾਤ ਤੁਹਾਨੂੰ ਮਿਲ ਰਹੀ ਹੈ। ਔਰ ਜਿੱਥੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਅਕਸਰ ਕੋਈ ਮੇਮੇਸ ਦੇਖਦੇ ਆ ਜਾਂ ਵੀਡੀਓ ਦੇਖਦੇ ਆ, ਕੋਈ ਚੈਲੰਜ ਕਰ ਰਿਹਾ ਹੁੰਦਾ 2 ਲੀਟਰ ਕੋਕ 1 ਜਾਂ 5 ਸੈਕਿੰਡ 'ਚ ਹਾਰਡਲੀ ਪੀ ਲੈਂਦਾ, ਪਰ ਉਹਦਾ weight ਕਾਫੀ ਹੁੰਦਾ। ਸੋ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਉਹ ਬਹੁਤ ਜ਼ਿਆਦਾ ਕੈਲਰੀਜ਼ ਲੈ ਰਿਹਾ ਹੁੰਦਾ। ਸੋ ਤੁਸੀਂ ਉਹਦਾ ਤੇ ਨਹੀਂ ਬਣਨਾ, ਕੈਲਰੀਜ਼ ਘੱਟ ਲੈਣੀਆਂ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਉਸ ਤਰੀਕੇ ਨਾਲ ਆਪਣੀ ਜਿਹੜੀ ਲਾਈਫ ਸਟਾਈਲ ਹੈ ਉਹਨੂੰ ਬਣਾਉਣਾ। ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਜਿਹੜਾ ਕਿ ਕਹਿੰਦੇ ਸੀਗਾ ਕੋਈ ਵੀ ਸੁਣਾ ਦਿਓ। ਸੋ ਉਹ ਰੈਡੀ ਆ, ਮਾਹੌਲ ਬਣਿਆ ਰਹਿਣਾ ਚਾਹੀਦਾ ਕਿਉਂਕਿ ਮਾਈਂਡ ਵੀ ਫਰੈਸ਼ ਰਹਿਣਾ ਥੋੜਾ ਜ਼ਰੂਰੀ ਹੈ। ਆਜੋ ਇੰਜੋਏ ਕਰਦੇ ਆ। ਕਾਲਰ ਇੱਕ ਰੈਡੀ ਨੇ ਗੱਲ ਕਰਦੇ ਆ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਕੈਪਟਨ ਗੁਰਿੰਦਰ ਬੋਲਦਾ ਜੀ, ਰਾਏਕੋਟ ਤੋਂ ਬੋਲਦਾ ਜੀ। ਰਾਏਕੋਟ ਤੋਂ ਜਾਂ ਰਾਏਪੁਰ ਤੋਂ? ਰਾਏਕੋਟ ਤੋਂ ਗੱਲ ਕਰ ਰਹੇ ਹੋ। ਸਵਾਗਤ ਹੈ ਤੁਹਾਡਾ ਜੀ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਗਾਣਾ ਸਭ ਸਿਹਤ ਪੱਖੀ ਸੁਣਾਓ, ਕੋਈ ਵਧੀਆ ਗਾਣਾ। ਸਿਹਤ ਪੱਖੀ ਸੁਣਾ ਦਿਆਂਗੇ ਕਿਉਂਕਿ ਗੱਲ ਸਿਹਤ ਦੀ ਜਿੱਥੇ ਚੱਲ ਰਹੀ ਹੈ, ਸਿਹਤ ਬਹੁਤ ਜ਼ਰੂਰੀ ਹੈ ਸਾਡੀ ਅੱਜ ਦੇ ਦੌਰ ਦੇ ਵਿੱਚ। ਜੇ ਕਹਿ ਲਈਏ ਸਿਹਤ ਪ੍ਰਤੀ ਜਾਗਰੂਕ ਹੋਣੇ ਅਸੀਂ ਬਹੁਤ ਜ਼ਿਆਦਾ ਜ਼ਰੂਰੀ ਹਾਂ। ਸੋ ਅੱਜ ਲੀਵਰ ਦੇ ਉੱਪਰ ਗੱਲ ਕਰ ਰਹੇ ਹਾਂ ਜੀ, ਜਿਗਰ ਦੇ ਉੱਪਰ, ਉਹਦੇ ਨਾਲ ਰਿਲੇਟਡ ਕੋਈ ਸਮੱਸਿਆ ਜਾਂ ਕਿਸੇ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਡਾਕਟਰ GS ਸਿੱਧੂ ਜੀ ਪਟਿਆਲਾ ਤੋਂ ਸਪੈਸ਼ਲਿਸਟ ਨੇ ਜਿਹੜੇ ਲੀਵਰ ਦੇ ਮੌਜੂਦ ਨੇ, ਪੁੱਛ ਸਕਦੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਲੀਵਰ ਬਾਰੇ ਗੱਲਬਾਤ ਕਰਨਾ ਚਾਹੁੰਦਾ ਵੀ ਲੀਵਰ ਫੈਟੀ ਹੈ। ਹਾਂਜੀ। ਤੇ ਇਹਦੇ ਵਿੱਚ ਮੈਨੂੰ ਨਾ ਕੁਛ ਤਾਂ ਪਹਿਲਾਂ ਮੇਰੇ ਸਿਰ ਡਾਊਨ ਹੋ ਗਏ ਕਿ ਹੁਣ ਮੈਨੂੰ ਉਹ ਸਰੀਰ ਨੂੰ ਮੇਨਟੇਨ ਨਹੀਂ ਕਰ ਪਾ ਰਿਹਾ, ਕਿਉਂਕਿ ਜੋ ਮੇਰਾ ਲੀਵਰ ਹੈ ਜਦੋਂ ਥੋੜੀ ਵੀਕਨੈਸ ਮਹਿਸੂਸ ਹੁੰਦੀ ਹੈ ਵਿੱਚ। ਹਾਂਜੀ,
ਇਹਦੇ ਉਸ 'ਚ ਬਾਰੇ ਗੱਲ ਕਰਨਾ ਚਾਹੁੰਦੀ ਜੀ। ਤੁਸੀਂ ਅਲਕੋਹਲ ਲੈਂਦੇ ਹੋ? ਨਹੀਂ ਜੀ, ਅਲਕੋਹਲ ਬੰਦ ਕੀਤੀ ਹੋਈ ਹੈ ਜੀ, ਪਹਿਲਾਂ ਲੈਂਦੇ ਸੀਗੇ, ਹੁਣ ਬੰਦ ਕੀਤੀ ਹੋਈ ਹੈ। ਫਾਈਨ ਫਾਈਨ, ਠੀਕ ਹੈ। ਦੇਖੋ ਲੀਵਰ ਦੇ ਵਿੱਚ ਕੀ ਹੈ, ਲੀਵਰ ਨੂੰ ਜੇ ਲੀਵਰ ਫੈਟੀ ਹੈ ਨਾ, ਫੈਟੀ ਲੀਵਰ ਦੇ ਵਿੱਚ ਆਪਾਂ ਨੂੰ ਅਲਟਰਾਸਾਊਂਡ 'ਚ ਆਪਾਂ ਚੈੱਕ ਕਰ ਲਿਆ, ਉਸ ਤੋਂ ਬਾਅਦ ਜੇ ਅਲਕੋਹਲ ਵੀ ਲੈਂਦੇ ਹੋ ਜਾਂ ਤੁਹਾਡਾ weight ਓਵਰ weight ਆ, ਤਾਂ ਇਹਦੇ 'ਚ ਫੈਟੀ ਲੀਵਰ ਦੀ ਟ੍ਰੀਟਮੈਂਟ ਬਹੁਤ ਸਿੰਪਲ ਆ। ਡਾਈਟ ਐਂਡ ਐਕਸਰਸਾਈਜ਼ ਨਾਲ ਹੀ ਠੀਕ ਹੋਣਾ ਹੁੰਦਾ, ਇਹ 'ਚ ਮੈਡੀਸਨਸ ਦਾ ਬਹੁਤ ਜ਼ਿਆਦਾ ਵੱਡਾ ਰੋਲ ਨਹੀਂ ਹੈਗਾ। ਇਹ 'ਚ ਆਪਾਂ ਉਹੀ ਜਿਵੇਂ ਤੁਹਾਨੂੰ ਦੱਸ ਰਿਹਾ ਸੀ, ਡਾਈਟ ਇਨਟੇਕ ਆਪਣੀ ਕੰਟਰੋਲ ਕਰਨੀ ਹੈ ਅਤੇ ਆਪਣਾ weight ਮੇਨਟੇਨ ਕਰਨਾ ਆਪਾਂ ਬੇਸਿਕਲੀ ਨਾ, ਹੈਲਦੀ weight ਮੇਨਟੇਨ ਕਰਨਾ। ਥਰਡ ਹੈ ਜਿਹੜੀ ਵੀਕਨੈਸ, ਲੀਵਰ ਇੰਨਾ ਸਟਰੋਂਗ ਆਰਗਨ ਆ, ਬਹੁਤ ਜਲਦੀ ਡਾਊਨ ਨਹੀਂ ਜਾਊਗਾ ਜਦੋਂ ਤੱਕ ਉਹਦੇ ਨਾਲ ਬਹੁਤ ਜ਼ਿਆਦਾ ਕੋਈ ਧੱਕਾ ਨਾ ਹੋ ਜੇ। ਲਾਈਕ ਆਪਾਂ ਅਲਕੋਹਲ ਕੰਜ਼ਿਊਮ ਕਰੋ ਨਾ, ਘੱਟੋ ਘੱਟ 10-15 ਸਾਲ ਡਰਿੰਕ ਕੀਤੀ ਹੋਵੇ ਤਾਂ ਹੀ ਲੀਵਰ ਡਾਊਨ ਜਾਂਦਾ, ਜਾਂ ਫੈਟੀ ਲੀਵਰ ਨੂੰ ਆਪਾਂ ਇਗਨੋਰ ਹੀ ਕਰ ਦਈਏ। ਸੋ ਅਦਰਵਾਈਜ਼ ਤੁਹਾਨੂੰ ਫੀਲਿੰਗ ਆ, ਬਾਕੀ ਟੈਸਟ ਕਰਾ ਲਓ ਤੁਸੀਂ ਆਪਣੇ, ਜਿਵੇਂ ਸ਼ੂਗਰ ਨਹੀਂ, ਕਿਉਂਕਿ ਫੈਟੀ ਲੀਵਰ ਸ਼ੂਗਰ ਹੋਣਾ, ਫੈਟੀ ਲੀਵਰ 'ਚ BP ਵਧਣਾ, ਫੈਟੀ ਲੀਵਰ 'ਚ ਲਿਪਿਡਸ ਅਪ ਡਾਊਨ ਹੋਣਾ, ਆਪਣਾ ਜਨਰਲ ਹੈਲਥ ਚੈੱਕਅਪ ਕਰਾਓ ਇੱਕ ਵਾਰੀ। ਇੱਕ ਫਾਈਬਰੋ ਸਕੈਨ ਟੈਸਟ ਹੁੰਦਾ ਲੀਵਰ ਦੇ ਲਈ ਸਪੈਸ਼ਲ, ਜੇ ਆਪਾਂ ਦੇਖਣ ਲਈ ਲੀਵਰ ਵੀਕ ਤਾਂ ਨਹੀਂ ਹੋ ਰਿਹਾ ਫੈਟੀ ਲੀਵਰ ਕਰਕੇ, ਉਹ ਕਰਾਉਣਾ ਜ਼ਰੂਰੀ ਆ। ਤੇ ਬਾਕੀ ਆਪਣੀ ਸਾਰੇ ਟੈਸਟ ਕਰਾ ਲਓ ਸਰ, ਸਾਰੇ ਟੈਸਟ ਸਹੀ ਹੈ। ਸਹੀ ਹੈ ਤਾਂ ਫਿਰ ਠੀਕ ਆ। ਫਿਰ ਤੁਸੀਂ ਕੀ ਆ, ਸਿੰਪਲ ਆਪਣਾ ਸੈਰ ਕਰਦੇ ਹੋ, ਤੁਸੀਂ ਵਾਕ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ ਕੋਈ? ਸਰ ਹੁਣ ਸ਼ੁਰੂ ਕੀਤੀ ਹੈ ਮੈਂ 3 ਘੰਟੇ ਤੋਂ, ਐਕਚੁਅਲੀ ਪਹਿਲਾਂ ਇਸ ਕਰਕੇ ਮੈਂ ਨਹੀਂ ਕਰ ਪਾ ਰਿਹਾ, ਚੱਲ ਨਹੀਂ ਪਾ ਰਿਹਾ ਸੀ, ਤੇ ਹੁਣ ਮੈਂ 3-4 ਦਿਨ ਤੋਂ ਸ਼ੁਰੂ ਕੀਤੀ ਹੈ ਜਾਨੀ ਕਿ। ਬਸ ਠੀਕ ਆ, ਤੁਸੀਂ ਸ਼ੁਰੂ ਕੀਤੀ ਹੈ ਨਾ ਅਜੇ, ਬਿਕੋਜ਼ ਇਟ ਵਿਲ ਟੇਕ ਟਾਈਮ, ਮੈਨੂੰ ਟਾਈਮ ਲੱਗ ਜਾਣਾ ਤੁਹਾਨੂੰ ਸੈਟਲ ਹੋਣ ਨੂੰ। ਬਿਕੋਜ਼ ਜਿਵੇਂ ਫੈਟੀ ਲੀਵਰ ਹੋਣ ਨੂੰ ਵੀ ਤੁਹਾਨੂੰ ਇਹ ਨਹੀਂ ਫੈਟੀ ਲੀਵਰ ਕੁਝ ਦਿਨਾਂ 'ਚ ਹੋਇਆ, ਕੁਝ ਹਫ਼ਤਿਆਂ 'ਚ ਹੋਇਆ, ਇਹ ਤੁਹਾਨੂੰ ਕਈ ਸਾਲਾਂ ਤੋਂ ਚੱਲ ਰਿਹਾ ਸੀ ਕੰਮ। ਤਾਂ ਇਹਨੂੰ ਠੀਕ ਹੋਣ ਨੂੰ ਵੀ ਫੈਟੀ ਲੀਵਰ ਨਾਲ ਤੁਹਾਨੂੰ ਫਟੀਗ ਰਹਿਣਾ ਨਾ, ਕਿਉਂਕਿ ਇਹ ਮੈਟਾਬੋਲਿਕ ਡਿਜ਼ੀਜ਼ ਆ, ਜਿਵੇਂ ਗੱਲ ਕਰ ਰਹੇ ਸੀ, ਮੈਟਾਬੋਲਿਜ਼ਮ ਸਲੋ ਹੋ ਜਾਂਦਾ ਨਾ, ਉਹਨੂੰ ਸਟਾਰਟ ਕਰਨ ਨੂੰ ਹੌਲੀ ਸਿਸਟਮ ਸ਼ੁਰੂ ਹੋਊਗਾ। ਇੱਕਦਮ ਨਹੀਂ, ਤੁਹਾਨੂੰ ਇੱਕਦਮ ਨਹੀਂ ਵੀ ਤੁਸੀਂ 2 ਦਿਨ ਸੈਰ ਕਰਕੇ ਤੀਜੇ ਦਿਨ ਐਕਟਿਵ ਹੋ ਜਾਓਗੇ। ਇਹ ਐਟਲੀਸਟ ਤੁਹਾਨੂੰ 2 ਤੋਂ 3 ਮਹੀਨੇ ਲੱਗਣਗੇ ਆਪਣੀ ਉਸ ਤੋਂ ਪਹਿਲਾਂ ਫਾਰਮ 'ਚ ਆਉਣ ਨੂੰ, ਜਿਵੇਂ ਆਪਾਂ ਹੁਣ ਮਤਲਬ ਆਲਰੇਡੀ ਸੀਗੇ ਲੀਵਰ ਵਾਲੀ, ਠੀਕ ਹੈ ਨਾ। ਤਾਂ ਵਰੀ ਵਾਲੀ ਕੋਈ ਗੱਲ ਨਹੀਂ, ਵਰੀ ਵਾਲੀ ਕੋਈ ਗੱਲ ਨਹੀਂ, ਠੀਕ ਹੈ ਜੀ, ਘਬਰਾਉਣਾ ਜੀ ਗੱਲ ਵੀ ਨਹੀਂ ਕਰਤਾ ਉਹਨੂੰ ਜ਼ਿਆਦਾ ਟਾਈਮ, ਗੱਲ ਵੀ ਨਹੀਂ ਕਰਦਾ ਉਹਦਾ ਤੁਹਾਨੂੰ ਹੋਟ ਵੀ ਹੈ ਥੋੜਾ ਜਿਹਾ, ਜਿਵੇਂ ਕੰਮ ਦੇ ਆ ਕਈ ਵਾਰ, ਤਾਂ ਮੇਰੀ ਜ਼ਿਆਦਾ ਨਹੀਂ ਹੈ, 53 ਹੋਈ ਹੈ, ਇਹ ਚੀਜ਼ ਵਿੱਚ ਹੁੰਦੀ ਜਾਂਦੀ ਹੈ। ਨਹੀਂ, ਤੁਹਾਡੇ ਨਾਲ ਕਿਤੇ ਨਾ ਕਿਤੇ ਨਾ ਫੈਟੀ ਲੀਵਰ ਵਾਲਾ ਇਸ਼ੂ ਨਹੀਂ ਇੰਨਾ ਤੰਗ ਕਰ ਰਿਹਾ ਤੁਹਾਨੂੰ, ਥੋੜਾ ਜਿਹਾ ਐਂਗਜ਼ਾਈਟੀ ਸਟ੍ਰੈਸ ਵਾਲਾ ਇਸ਼ੂ ਆ, ਠੀਕ ਹੈ ਨਾ, ਜਿਸ ਤਰ੍ਹਾਂ ਤੁਹਾਡੇ ਸਿੰਪਟਮ ਆ। ਮਤਲਬ ਤੁਹਾਨੂੰ ਹੋ ਸਕਦਾ ਕਿਤੇ ਨਾ ਕਿਤੇ ਸਟ੍ਰੈਸ ਵੀ ਨਾਲ ਜੁੜਿਆ ਹੋਵੇ ਕੋਈ ਕਿਸੇ ਪ੍ਰੋਬਲਮ ਦਾ, ਜਾਂ ਕੋਈ ਥੋੜਾ ਤੁਸੀਂ ਸੈਂਸਿਟਿਵ ਆ, ਉਹ ਵਾਲੇ ਸਿੰਪਟਮ ਜ਼ਿਆਦਾ ਤੁਹਾਨੂੰ, ਫੈਟੀ ਲੀਵਰ ਦੇ ਸਿੰਪਟਮ ਇੰਨੇ ਨਹੀਂ ਹੈ ਜਿਹੜਾ ਸਿੰਪਟਮ ਹੈ ਤੁਹਾਡੇ, ਠੀਕ ਹੈ ਜੀ। ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਤੁਹਾਨੂੰ ਥੋੜਾ ਬੋਲਣ 'ਚ ਦਿੱਕਤ ਆਉਂਦੀ ਹੈ ਜਾਂ ਥੋੜਾ ਵੀ ਕਿਸੇ ਹੋਰ ਚੀਜ਼ ਬਾਰੇ, ਤਾਂ ਡਾਕਟਰ ਸਾਹਿਬ ਇਹ ਦੱਸ ਰਹੇ ਨੇ ਤੁਹਾਨੂੰ ਐਂਜ਼ਾਈਟੀ ਜਾਂ ਸਟ੍ਰੈਸ ਵਾਲਾ ਕਾਰਨ ਉਹਦਾ ਹੋ ਸਕਦਾ। ਫੈਟੀ ਜਿਹੜਾ ਲੀਵਰ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਨਾਲ। ਸੋ ਜਿਹੜੀ ਗੱਲ ਕੀਤੀ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਸ ਲੋੜ ਆ ਤਾਂ ਸਿਰਫ ਐਕਸਰਸਾਈਜ਼ ਕਸਰਤ ਕਰਨ ਦੀ, ਔਰ ਕਈ ਆਲਮੋਸਟ ਇਹ ਸੋਚਦੇ ਆ ਕਿ ਮੈਡੀਸਨ ਹੀ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ। ਡਾਕਟਰ ਸਾਹਿਬ ਇਹ ਚੀਜ਼ ਸਹੀ ਹੈ ਕਿਤੇ ਨਾ ਕਿਤੇ ਜਾਂ ਨਹੀਂ? ਨਹੀਂ, ਮੈਡੀਸਨ ਤਾਂ ਤੁਸੀਂ ਇਹ ਸਮਝੋ, ਮੈਡੀਸਨ ਹਮੇਸ਼ਾ ਸੈਕੰਡ ਲਾਈਨ ਆ ਜੀ, ਸਪੈਸ਼ਲੀ ਕੁਝ ਬਿਮਾਰੀਆਂ 'ਚ, ਕੁਝ ਡਿਜ਼ੀਜ਼ 'ਚ ਆਪਾਂ ਕਹਿ ਸਕਦੇ ਮੈਡੀਸਨ ਦਾ ਫਸਟ ਰੋਲ ਆ, ਪਰ ਇਹ ਜਿਹੜੀ ਹੈਗੀ ਲਾਈਫ ਸਟਾਈਲ ਡਿਜ਼ੀਜ਼ ਆ, ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ। ਸੋ ਲਾਈਫ ਸਟਾਈਲ ਡਿਜ਼ੀਜ਼ ਜਿੰਨੀਆਂ ਵੀ ਹੈਗੀਆਂ, ਸ਼ੂਗਰ ਲੈ ਲਓ, BP ਲੈ ਲਓ, ਮੋਟਾਪਾ ਲੈ ਲਓ, ਫੈਟੀ ਲੀਵਰ ਲੈ ਲਓ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ, ਠੀਕ ਹੈ ਨਾ। ਇਹ ਲਿੰਕ ਆ ਇੱਕ, ਇਹ ਲਿੰਕ ਸ਼ੁਰੂ ਕਿੱਥੋਂ ਹੁੰਦਾ? ਪਹਿਲਾਂ ਓਵਰਵੇਟ ਹੋ ਗਿਆ, ਫਿਰ ਫੈਟੀ ਲੀਵਰ ਹੋ ਗਿਆ, ਫਿਰ ਤੁਹਾਨੂੰ ਹੌਲੀ ਹੌਲੀ BP ਹੋ ਗਈ, ਫਿਰ ਸ਼ੂਗਰ ਹੋ ਗਿਆ। ਇਹ ਸੀਕੁਐਂਸ ਇਸ ਤਰ੍ਹਾਂ ਚੱਲਦਾ। ਜੇ ਤੁਸੀਂ ਕਿਸੇ ਵੀ ਸਟੇਜ ਦੇ ਸਟੈਪ ਤੇ ਆਪਣੇ ਆਪ ਨੂੰ ਵਾਪਸ ਮੋੜਨਾ, ਤਾਂ ਐਕਸਰਸਾਈਜ਼ ਫਸਟ ਰੋਲ ਹੀ ਇਹਦਾ ਫਸਟ। ਇਹਦੇ 'ਚ ਮੈਂ ਟਿਪਸ ਦਵਾਂ ਜੇ ਤੁਹਾਨੂੰ, ਡਾਈਟ, ਐਕਸਰਸਾਈਜ਼। ਗੱਲਾਂ ਕਰ ਰਹੇ ਆ ਅੱਜ ਲੀਵਰ ਦੇ ਉੱਪਰ, ਜਿਗਰ ਦੇ ਉੱਪਰ, ਜਿਗਰ ਨਾਲ ਜੁੜੀਆਂ ਸਮੱਸਿਆਵਾਂ ਯਾਨੀ ਬਿਮਾਰੀਆਂ ਦੇ ਉੱਪਰ ਤੇ ਇਨਫੈਕਸ਼ਨ, ਤੇ ਉਹਨਾਂ ਤੋਂ ਆਪਾਂ ਕਿੱਦਾਂ ਬਚ ਸਕਦੇ ਹਾਂ, ਉਹਨਾਂ ਦੇ ਜਿਹੜੇ ਤਰੀਕੇ ਆ। ਸੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ, ਡਾਕਟਰ GS ਸਿੱਧੂ ਜੀ ਪਟਿਆਲਾ ਤੋਂ, ਲੀਵਰ ਸਪੈਸ਼ਲਿਸਟ। ਕਾਲਰ ਰੈਡੀ ਨੇ ਡਾਕਟਰ ਸਾਹਿਬ? ਹਾਂਜੀ ਪਲੀਜ਼। ਹੈਲੋ। हाँ डॉक्टर मैं रमेश बोल रहा राजस्थान के गंगानगर जिले तो जी। हाँ जी, हाँ जी। हाँ डॉक्टर मैं अपनी पत्नी बारे पुछना सीगा, इन्हां दा मोटापा बहुत वध गया जी, 1.5 साल पहले यूट्रस का ऑपरेशन करवाया सीगा जी। तो उदा साल कोई वजन नहीं मटिया बिल्कुल भी जी। हुण 3-4 महीने तो अचानक ही 3-4 किलो वजन वध गया, लगभग 4-5 किलो जी। ਇਹ ਫਿਰ ਹਾਂ ਉਹੀ ਗੱਲ ਨਾ ਜਿਹੜੀ ਆਪਾਂ ਕਰ ਰਹੇ ਹਾਂ, ਬਿਕੋਜ਼ ਹੋਇਆ ਕੀ ਆ, ਸਰਜਰੀ ਤੋਂ ਬਾਅਦ ਪ੍ਰੋਬੇਬਲੀ ਇਹ ਕਾਫੀ ਦੇਰ ਕੁਝ ਕਰ ਨਹੀਂ ਪਾਏ ਹੋਣੇ, ਕਿਉਂਕਿ ਟਾਂਕੇ ਖੁੱਲਦੇ ਆ, ਬੈੱਡ ਰਿਡਨ ਹੁੰਦੇ ਆ, ਆਪਾਂ ਬਿਲਕੁਲ ਆਪਣੀ ਐਕਟੀਵਿਟੀ ਬੰਦ ਹੋ ਜਾਂਦੀ ਆ, ਇੱਕ ਤਰ੍ਹਾਂ ਦਾ ਆਪਾਂ ਡਰ ਕੇ ਸਾਰਾ ਕੰਮ ਕਰਦੇ ਆ। ਤਾਂ ਇਹ ਪੋਸਟ ਸਰਜਰੀ ਇਹ ਚੀਜ਼ਾਂ ਤਾਂ ਹੀ ਵੇਟ ਗੇਨ ਪੋਸਟ ਸਰਜਰੀ ਬਹੁਤ ਕਾਮਨ ਹੈ ਜੀ। ਸਪੈਸ਼ਲੀ ਇਹ ਚੀਜ਼ਾਂ ਜਦੋਂ ਨਾ ਆਫਟਰ 40 ਦੀ ਏਜ ਤੋਂ ਬਾਅਦ ਨਾ ਮੈਂ ਦੇਖਿਆ, ਬਿਕੋਜ਼ ਕਿੰਨੀ ਏਜ ਹੈ ਇਹਨਾਂ ਦੀ? 45 ਹੈ ਸਰ। ਹਾਂ ਉਹੀ ਨਾ, 40 ਤੋਂ ਬਾਅਦ ਆਪਣਾ ਮੈਟਾਬੋਲਿਜ਼ਮ ਉਹ ਨਹੀਂ ਹੁੰਦਾ ਜਿਹੜਾ ਪਹਿਲਾਂ ਹੁੰਦਾ। ਜੇ ਤੁਸੀਂ ਇੱਕ 20 ਜਾਂ 30 ਈਅਰ ਓਲਡ ਕਿਸੇ ਦੀ ਕੋਈ ਸਰਜਰੀ ਹੋਵੇ ਨਾ, ਵੇਟ ਗੇਨ ਨਹੀਂ ਕਰਦਾ ਇੰਨਾ। 40 ਤੋਂ ਬਾਅਦ ਇਸ ਲਈ ਏਜ 40 ਬਹੁਤ ਇੰਪੋਰਟੈਂਟ ਆ, ਬਿਕੋਜ਼ ਆਫਟਰ ਦੈਟ ਤੁਹਾਡੇ ਮੈਟਾਬੋਲਿਜ਼ਮ ਦੇ ਆ ਨਾ ਜਿਹੜਾ ਉਹ ਸਲੋ ਡਾਊਨ ਹੋ ਜਾਂਦਾ।
ਅਗਰ 40 ਦੇ ਏਜ ਤੋਂ ਬਾਅਦ ਕਿਸੇ ਨੇ weight loss ਕਰਨਾ ਉਹਨੂੰ ਡਬਲ ਮਤਲਬ ਦਾ ਜ਼ੋਰ ਲਾਉਣਾ ਪੈਂਦਾ, ਐਕਸਰਸਾਈਜ਼ ਕਰਨੀ ਪੈਂਦੀ ਆ, ਉਸ ਤੋਂ ਪਹਿਲਾਂ weight loss ਬਹੁਤ ਜਲਦੀ ਹੁੰਦਾ। ਸੋ ਇਹਦੇ ਲਈ ਐਫਰਟ ਡਬਲ ਕਰਨੀ ਪੈਣੀ ਇਹਨਾਂ ਨੂੰ, ਬਿਕੋਜ਼ ਇਹੀ ਰੀਜ਼ਨ ਆ। ਅਦਰਵਾਈਜ਼ ਤਾਂ ਕੀ ਆ, weight gain ਤੋਂ ਮੈਂ ਜਿਵੇਂ ਦੱਸ ਰਿਹਾ, weight put on ਤੋਂ ਬਾਅਦ ਬਾਕੀ ਪ੍ਰੋਬਲਮਸ ਆ ਜਿਹੜੀਆਂ ਉਹ ਹੌਲੀ ਹੌਲੀ, ਬਹੁਤ ਜਲਦੀ ਨਹੀਂ, ਹੌਲੀ ਹੌਲੀ ਡਿਵੈਲਪ ਹੋਣੀ ਆ। 5-7 ਸਾਲ ਦੇ ਵਿੱਚ BP, ਫਿਰ ਹੌਲੀ ਹੌਲੀ ਸ਼ੂਗਰ, ਇਹ ਸੀਕੁਐਂਸ ਹੈ ਇੱਕ। ਸੋ weight ਨੂੰ ਹੁਣੇ ਹੀ ਤੁਸੀਂ ਕੰਟਰੋਲ ਕਰਨਾ ਸ਼ੁਰੂ ਕਰੋ ਤੇ ਇਹਨਾਂ ਦੀ ਫਾਈਬਰ ਇਨਟੇਕ ਵਧਾਓ। ਹਾਂਜੀ ਹਾਂਜੀ, ਉਸ ਤੋਂ ਨਾ मतलब 1 साल तक तो कोई दिक्कत नहीं आई ऑपरेशन करवाने तो बाद जी, जमा वजन होना कंट्रोल रहा बिल्कुल जी। ਫਿਰ ਤੁਸੀਂ ਉਹਨਾਂ ਦਾ ਬੇਸਿਕ ਵਰਕਅਪ ਹੁੰਦਾ ਕੁਛ ਐਸੇ ਨਾ, ਆਪਾਂ ਇੱਕ ਟੈਸਟ ਕਰਦੇ ਹਾਂ ਸ਼ੂਗਰ ਵਾਲਾ HB1AC, ਉਹ ਕਰੋ, ਕਿਉਂਕਿ ਇਹ ਕੀ ਹੈ, ਜਦੋਂ weight put on ਹੁੰਦਾ ਕਿਤੇ ਨਾ ਕਿਤੇ ਮੈਟਾਬੋਲਿਜ਼ਮ ਸਲੋ ਡਾਊਨ ਆਪਣਾ, ਉਹਦੇ ਥਾਇਰਾਇਡ ਕਰਾਉਣਾ ਜ਼ਰੂਰੀ ਹੈ। ਸਡਨ ਪੁਟ ਆਨ ਹੁੰਦਾ ਤਾਂ ਆਪਾਂ ਨੂੰ ਪ੍ਰੋਬਲਮ ਪਤਾ ਕਰਨੀ ਹੈ, ਥਾਇਰਾਇਡ ਕਰਾਈਏ ਤਾਂ ਕਿ ਮੈਟਾਬੋਲਿਜ਼ਮ। थायराइड भी करवा लिया, थायराइड भी करवाया, रिपोर्ट बिल्कुल सही है, थायराइड भी ओके है जी। ਬਾਕੀ ਸ਼ੂਗਰ ਵਾਲਾ ਪਾਰਟ ਤਾਂ ਨਹੀਂ ਹੈ, ਸ਼ੂਗਰ ਡਾਇਬਟਿਕ ਤਾਂ ਨਹੀਂ ਹੋ? नहीं जी, डायबिटीज भी बिल्कुल नहीं है जी, वो चेक करवा ली सारी जी, सब टेस्ट करवाए है जी। ਦੇਖੋ ਸਡਨ weight ਫਿਰ ਕੁਝ ਹਾਰਮੋਨਸ ਦੇ ਹੁੰਦੇ ਆ, ਹਾਰਮੋਨਲ ਕਾਜ਼ਸ ਹੁੰਦੇ ਆ, ਜੇ ਬਹੁਤ ਸਡਨ weight put on ਹੋਇਆ, ਨਹੀਂ ਤਾਂ ਹਮੇਸ਼ਾ weight put on ਜਦੋਂ ਵੀ ਹੁੰਦਾ ਨਾ 99% ਗ੍ਰੈਜੂਅਲ ਹੋਊਗਾ, ਹੌਲੀ ਹੌਲੀ ਹੋਊਗਾ, ਮਤਲਬ ਓਵਰ ਦੀ ਟਾਈਮ ਆਫ ਕਈ ਮਹੀਨੇ ਜਾਂ ਕਈ ਸਾਲਾਂ ਚ ਹੋਊਗਾ, ਸਡਨ ਨਹੀਂ ਹੋਣਾ ਇੰਨਾ। ਜੇ ਸਡਨ ਹੋ ਰਿਹਾ ਤਾਂ ਕੁਝ ਹਾਰਮੋਨ ਕਾਜ਼ਸ ਹੁੰਦੇ ਆ, ਜਾਂ ਕੁਝ ਐਸੀ ਤੁਸੀਂ ਦਵਾਈ ਤਾਂ ਨਹੀਂ ਖਾ ਰਹੇ, ਕੋਈ ਐਸੀ ਸਮਟਾਈਮ ਕੋਈ ਸਟੀਰੋਇਡਲ ਜਾਂ ਇਨਟੇਕ ਜਾਂ ਕੋਈ ਦੇਸੀ ਮੈਡੀਸਿਨ ਖਾ ਰਹੇ ਹੋ ਕਿਸੇ ਚੀਜ਼ ਦੀ ਵੀ? नहीं नहीं दोस्तों, दवाई कोई नहीं खा रहे गे, ਇਹਨਾਂ ਨੂੰ ਅਸੀਂ ਚੈੱਕਅਪ ਕਰਾਇਆ ਤਾਂ ਡਾਕਟਰ ਨੇ ਸਾਨੂੰ ਦਵਾਈ ਲਿਖੀ ਵੀ ਕਹਿੰਦੇ ਹੋ ਸਕਦਾ ਕਿ ਹਾਰਮੋਨ ਚੇਂਜ ਨਾਲ ਵੀ ਮੋਟਾਪਾ ਕਈ ਵਾਰੀ ਆ ਜਾਂਦਾ, ਉਹ ਵੀ ਦਵਾਈ ਦਿੱਤੀ ਉਹਨਾਂ ਨੇ, ਲੇਕਿਨ ਫਰਕ ਨਹੀਂ ਪਿਆ ਜੀ। ਫਿਰ ਦੇਖੋ ਇਹਦੇ 'ਚ ਕੀ ਹੈ ਨਾ, ਐਸੀ ਸੈਟਿੰਗ ਦੇ ਵਿੱਚ ਆਪਾਂ ਨੂੰ ਵਰਕਅਪ ਇੱਕ ਵਾਰੀ ਕੰਪਲੀਟ ਗੋ ਥਰੂ ਹੋਣਾ ਪੈਣਾ, ਸਾਰੇ ਆਪਣੇ ਜਿੰਨੇ ਵੀ ਟੈਸਟ ਆ ਨਾ ਇਹਨਾਂ ਦੇ ਵਿੱਚ ਵੀ ਕੀ, ਕਿਉਂਕਿ ਐਸ ਸੱਚ ਕੋਈ ਰੀਜ਼ਨ ਨਹੀਂ ਬਣਨਾ ਚਾਹੀਦਾ। ਬਾਕੀ ਇਹਨਾਂ ਦਾ ਲਾਈਫ ਸਟਾਈਲ ਤੁਸੀਂ ਚੇਂਜਸ ਕਰ ਲਓ, ਉਹਦੇ 'ਚ ਕੀ ਹੈ, ਇਹਨਾਂ ਨੂੰ ਜਿਵੇਂ ਕਿ ਅਗਰ ਤਾਂ ਵਾਕ ਕਰ ਪਾ ਸਕਦੇ ਠੀਕ ਹੈ, ਨਹੀਂ ਤਾਂ ਸਮਟਾਈਮ ਸਾਈਕਲਿੰਗ ਜਾਂ ਥੋੜਾ ਜਿਹਾ ਅਗਰੈਸਿਵ ਹੋ ਕੇ ਚੱਲਣਾ ਪੈਣਾ। ਮੈਂ ਦੱਸਿਆ ਨਾ 40 ਤੋਂ ਬਾਅਦ weight gain ਹੋ ਗਿਆ ਤਾਂ ਉਹਨੂੰ ਲਾਸ ਕਰਨ ਲਈ ਥੋੜਾ ਆਪਾਂ ਨੂੰ ਐਫਰਟ ਜ਼ਿਆਦਾ ਕਰਨੀ ਪੈਣੀ ਹੈ। ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਅਕਸਰ ਸਾਨੂੰ ਸੁਣਨ ਨੂੰ ਮਿਲਦੀ ਹੈ, ਅਕਸਰ ਬਹੁਤ ਜਣਿਆਂ ਨੇ ਸੁਣੀ ਵੀ ਹੋਊਗੀ ਔਰ ਕਹੀ ਵੀ ਹੋਊਗੀ ਕਿ ਜਦੋਂ ਵੀ ਕੋਈ ਬੱਚਾ ਜੰਕ ਫੂਡ ਇਨਟੇਕ ਕਰ ਰਿਹਾ ਹੈ ਨਾ, ਜਾਂ ਬਹੁਤ ਸਾਰੇ, ਜਾਂ ਆਪਾਂ ਟੀਨੇਜਰਸ ਦੀ ਗੱਲ ਕਰ ਰਹੀਏ ਹੈ ਨਾ, ਵੀ ਕੈਲਰੀਜ਼ ਵਾਲੇ ਜਿਹੜੇ ਫੂਡਸ ਆ ਉਹ ਇਨਟੇਕ ਕਰ ਰਹੇ ਆ, ਔਰ ਅਕਸਰ ਵੱਡਿਆਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਕਿ ਹੁਣ ਤਾਂ ਤੁਸੀਂ ਖਾ ਲਏ, ਪਰ ਜਦੋਂ ਤੁਹਾਡੀ ਏਜ ਫੈਕਟਰ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ 40 ਅਬਵ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਜਿਹੜੇ ਪਹਿਲਾਂ ਕਰਦੇ ਹੁੰਦੇ ਆ, ਜਿਹੜੇ ਓਲਡਰ ਆਪਣਾ ਪਹਿਲਾਂ ਯੰਗ ਏਜ 'ਚ ਖਾਏ ਹੁੰਦੇ ਆ, ਉਹਦਾ ਇਫੈਕਟ ਵੀ ਬਾਅਦ ਵਿੱਚ ਕਿਤੇ ਨਾ ਕਿਤੇ ਮਿਲਦਾ ਇਸ ਚੀਜ਼ ਦਾ? ਉਹਦਾ ਇਸ ਲਈ ਹੈ ਕਿਉਂਕਿ ਚਾਈਲਡਹੁੱਡ ਦੇ ਵਿੱਚ, ਬਚਪਨ 'ਚ ਆਪਾਂ ਨੂੰ ਜਿਵੇਂ ਆਪਣੀ ਆਦਤਾਂ ਪੈ ਜਾਂਦੀਆਂ ਨਾ ਜੀ, ਉਹ ਫਿਰ ਆਦਤਾਂ ਪੱਕ ਜਾਂਦੀਆਂ। ਜੇ ਆਪਾਂ ਫਾਸਟ ਫੂਡ ਦੇ ਆਦੀ ਹੋ ਗਏ ਹੁਣੇ ਤਾਂ ਸਮ ਟਾਈਮ ਕੀ ਹੁੰਦਾ, ਬਹੁਤ ਬੱਚੇ ਜਿਹੜੇ ਕਿਉਂਕਿ ਮੋਟਾਪਾ ਆਨਸੈਟ ਸਲੋ ਹੁੰਦਾ, ਜੇ ਬਚਪਨ 'ਚ ਹੀ ਤੁਸੀਂ ਫੈਟੀ ਹੋ ਗਏ ਨਾ, ਉਹ ਲੇਟਰ ਔਨ ਤੁਹਾਨੂੰ ਸਮ ਟਾਈਮ ਉਹ ਮੈਟਾਬੋਲਿਜ਼ਮ ਤੁਹਾਡਾ ਉਸ ਤਰ੍ਹਾਂ ਦਾ ਹੋ ਜਾਂਦਾ ਵੀ ਤੁਸੀਂ ਇੱਕ ਤਾਂ ਹੈਬਿਟ ਡਿਸਆਰਡਰ ਹੈ ਜੋ ਇਹ ਜਿਹੜਾ ਆਪਾਂ ਕਹੀ ਨਾ, ਮੋਟਾਪਾ ਇੱਕ ਤਰ੍ਹਾਂ ਦਾ ਇੱਕ ਹੈਬਿਟ ਡਿਸਆਰਡਰ ਵੀ ਬਣ ਜਾਂਦਾ ਜੇ ਈਟਿੰਗ ਕਰਕੇ ਹੈ। ਸੋ ਉਹ ਈਟਿੰਗ ਜੇ ਆਪਣੀ ਹੁਣੇ ਪਹਿਲਾਂ ਤੋਂ ਆਦਤਾਂ ਠੀਕ ਰਹਿਣਗੀਆਂ, ਉਹ ਆਪਾਂ ਨੂੰ ਲੌਂਗ ਟਰਮ ਦੇ ਵਿੱਚ ਫਾਇਦਾ ਹੀ ਕਰਨਗੀਆਂ। ਸੈਕੰਡ ਆਪਣਾ ਜੇ ਬਚਪਨ ਦਾ ਮੋਟਾਪਾ, ਉਹ ਹੋਰ ਵੀ ਹਾਰਮਫੁਲ ਆ, ਕਿਉਂਕਿ ਅੱਜ ਕੱਲ੍ਹ ਅਸੀਂ ਬੱਚਿਆਂ 14 13 ਸਾਲ ਦੇ ਬੱਚਿਆਂ ਦੀ ਫੈਟੀ ਲਿਵਰ ਦੇਖ ਰਹੇ ਹਾਂ। ਸੋ ਆਪਣੇ ਆਉਣ ਲਈ ਇਸ ਲਈ ਕਿਉਂਕਿ ਉਹਨਾਂ ਦੀ ਉਹ ਬਹੁਤ ਫਾਸਟ ਫੂਡ ਬਹੁਤ ਕਾਮਨ ਹੋ ਗਿਆ, ਬਹੁਤ ਜ਼ਿਆਦਾ। ਤੇ ਜੇ ਮੈਂ ਨਸ਼ਿਆਂ ਦੀ ਗੱਲ ਕਰਾਂ, ਨਸ਼ਿਆਂ ਦੇ ਵਿੱਚ ਕਿਹੜਾ ਐਸਾ ਨਸ਼ਾ ਜਿਹੜਾ ਜ਼ਿਆਦਾ ਇਫੈਕਟ ਕਰਦਾ ਲੀਵਰ ਨੂੰ? ਦੋ, ਆਈ ਮੀਨ ਅਲਕੋਹਲ ਐਂਡ ਸਮੋਕ। ਅਲਕੋਹਲ ਐਂਡ ਸਮੋਕ ਜਿਹੜੇ ਦੋਨੋਂ ਹਿੱਟ ਕਰਦੇ ਲਿਵਰ ਨੂੰ, ਇਹ ਲੀਵਰ ਨੂੰ ਜ਼ਿਆਦਾ ਹਿੱਟ ਕਰਦੇ ਆ। ਔਰ ਡਾਕਟਰ ਸਾਹਿਬ ਇਹਦੇ ਸਿੰਪਟਮਸ ਕਦੋਂ ਪਤਾ ਲੱਗਦਾ ਕਿ ਹਾਂਜੀ ਸਾਡਾ ਲੀਵਰ ਫੈਟੀ ਹੋ ਰਿਹਾ ਜਾਂ ਕੋਈ ਹੋਰ ਡਿਸੀਜ਼ ਇਨਫੈਕਸ਼ਨ ਹੋ ਰਹੀ ਹੈ? ਦੇਖੋ ਜਦੋਂ ਲੀਵਰ ਫੈਟੀ ਹੋਊਗਾ ਤੁਹਾਨੂੰ ਪਹਿਲਾਂ ਤੁਹਾਡੇ ਬਾਕੀ ਤੁਸੀਂ ਲੇਜ਼ੀ ਰਹਿਣਾ ਸ਼ੁਰੂ ਕਰ ਦੋਗੇ, ਤੁਹਾਡਾ ਮੈਟਾਬੋਲਿਜ਼ਮ ਸਲੋ ਹੋ ਜਾਊਗਾ, ਤੁਹਾਨੂੰ ਥੱਕੇ ਰਹਿਣਾ ਸ਼ੁਰੂ ਕਰੋਗੇ, ਫਟੀਗ ਰਹਿਣੀ ਸ਼ੁਰੂ ਕਰ ਦੋਗੇ, ਹੌਲੀ ਹੌਲੀ ਤੁਹਾਡੀ ਐਪੇਟਾਈਟ ਸਫਰ ਹੋਣੀ ਸ਼ੁਰੂ ਹੋ ਜਾਊਗੀ, ਤੁਹਾਡੀ ਬਾਡੀ ਦਾ એનર્ਜੀ ਲੈਵਲ ਤੁਹਾਨੂੰ ਲੱਗੂਗਾ ਵੀ ਮੈਂ ਉਹਨਾਂ એનર્ਜੈਟਿਕ ਨਹੀਂ ਫੀਲ ਕਰ ਰਿਹਾ। ਉਹ ਅਸੀਂ ਸੈਟਿੰਗ ਦੇ ਵਿੱਚ ਪੇਸ਼ੈਂਟ ਇਗਨੋਰ ਕਰਦਾ, ਵੈਸੇ ਉਹ ਕਹਿੰਦਾ ਠੀਕ ਹੈ ਵੈਸੇ ਹੀ ਹੋਣਾ। ਉਸ ਤੋਂ ਬਾਅਦ ਹੌਲੀ ਹੌਲੀ, ਕਿਉਂਕਿ ਇਹ ਬਹੁਤ ਸਲੋ ਪ੍ਰੋਸੈਸ ਆ, ਕਿਉਂਕਿ ਲੀਵਰ ਬਹੁਤ ਸਟਰੋਂਗ ਆਰਗਨ ਹੈ, ਇਹਨੂੰ 10 ਸਾਲ ਲੱਗਦੇ ਆ ਡਾਊਨ ਜਾਣ ਨੂੰ। ਜੇ ਆਪਾਂ ਫੈਟੀ ਲੀਵਰ ਨੂੰ ਇਗਨੋਰ ਕਰਦੇ ਗਏ, ਜਿਵੇਂ ਆਪਾਂ ਲੌਂਗ ਟਰਮ ਦੇ ਵਿੱਚ ਦੇਖਦੇ ਹਾਂ, ਤਾਂ ਹੌਲੀ ਹੌਲੀ ਲੀਵਰ ਨੂੰ ਕਿਤੇ ਨਾ ਕਿਤੇ ਆਨਗੋਇੰਗ ਡੈਮੇਜ ਹੁੰਦੀ ਆਫਟਰ 10 ਈਅਰ ਆਪਾਂ ਨੂੰ ਐਕਚੁਅਲ ਸਿੰਪਟਮ ਆਉਂਦੇ ਆ, ਜਿਹੜਾ ਆਪਾਂ ਕਹਾਂਗੇ ਲੀਵਰ ਡਾਊਨ ਜ਼ਿਆਦਾ ਜਾਵੇ ਤਾਂ ਆਪਣੇ ਉਹਦੇ 'ਚ ਜਿਵੇਂ ਜੌਂਡਿਸ ਵਾਲਾ ਪਾਰਟ ਆ ਗਿਆ, ਪੈਰਾਂ ਤੇ ਸੋਜ ਆ ਗਈ, ਜਾਂ ਇਸ ਤਰ੍ਹਾਂ ਦੀ ਦਿੱਕਤਾਂ ਲੇਟਰ ਆਉਣ, ਜਿਹੜੀਆਂ ਲੇਟ ਸਟੇਜ ਆਉਂਦੀਆਂ, ਪੇਟ 'ਚ ਪਾਣੀ ਆਉਣਾ, ਜਿਹਨੂੰ ਆਪਾਂ ਲੀਵਰ ਸਿਰੋਸਿਸ ਕਹਿੰਦੇ ਆ, ਜਿਹੜੀ ਆਪਣੀ ਲੇਟ ਪਤਾ ਲੱਗਦੀ ਹੈ। ਅਰਲੀ ਸਟੇਜ ਦੇ ਵਿੱਚ ਇਟਸ ਟੋਟਲੀ ਰਿਵਰਸੀਬਲ। ਬਹੁਤ ਲੇਟ ਹੋ ਗਏ ਤਾਂ ਫਿਰ ਕਈ ਵਾਰ ਪਿਛਲੇ ਲੀਵਰ ਟ੍ਰਾਂਸਪਲਾਂਟ ਲਈ ਵੀ ਜਾਣਾ ਪੈਂਦਾ। ਕਿਆ ਬਾਤ ਹੈ। ਸੋ ਤੁਸੀਂ ਲੇਟ ਨਾ ਹੋ ਜਾਓ, ਕਾਲ ਕਰਨ ਤੋਂ ਵੀ ਕਾਲ ਕਰੋ, ਕਿਉਂਕਿ ਬਹੁਤ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ। ਕਾਲਰ ਇੱਕ ਹੋਰ ਜੁੜ ਚੁੱਕੇ ਨੇ, ਵੈਲਕਮ ਕਰਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ, ਕਿੱਥੋਂ ਗੱਲ ਕਰ ਰਹੇ ਹੋ? ਹਰਵਿੰਦਰ ਸਿੰਘ ਗੱਲ ਕਰ ਰਿਹਾ ਜੀ, ਜਲੰਧਰ ਤੋਂ। ਜਲੰਧਰ ਤੋਂ ਹਰਵਿੰਦਰ ਜੀ, ਸਵਾਗਤ। ਡਾਕਟਰ ਸਾਹਿਬ ਖੜੇ ਨੇ ਜੀ, ਗੱਲ ਕਰੋ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਪੁੱਛਣਾ ਸੀ, ਜਿਹੜਾ ਡਾਇਬੀਟੀਜ਼ ਦਾ ਆਪਣੇ ਲੀਵਰ ਦੇ ਉੱਤੇ ਕੀ ਅਸਰ ਪੈਂਦਾ?
ਡਾਇਬੀਟੀਜ਼ ਦਾ ਦਾ ਬਿਲਕੁਲ ਜਿਵੇਂ ਹਾਂਜੀ ਸ਼ੂਗਰ ਦਾ ਬਹੁਤ ਰੈਲੇਵੈਂਟ ਕੁਐਸਚਨ ਹੈ, ਕਿਉਂਕਿ ਅਸੀਂ ਹਰੇਕ ਪੇਸ਼ੈਂਟ ਨੂੰ ਇਹ ਸਮਝਾਉਂਦੇ ਆ ਵੀ ਲੀਵਰ ਖਰਾਬ ਹੋਣ ਦੇ ਮੇਨ ਆ ਜਿਹੜੇ 4 ਰੀਜ਼ਨ ਆ। ਇੱਕ ਅਲਕੋਹਲ, ਇੱਕ ਉਹ ਫੈਟ, ਤੀਸਰਾ ਡਾਇਬੀਟੀਜ਼, ਚੌਥਾ ਵਾਇਰਸਿਸ ਜਿਵੇਂ ਹੈਪੇਟਾਈਟਸ ਬੀ ਤੇ ਸੀ। ਡਾਇਬੀਟੀਜ਼ ਵੀ ਅਸੀਂ ਲੇਡੀਜ਼ ਬਹੁਤ ਦੇਖਦੇ ਹਾਂ ਜਿਨ੍ਹਾਂ 'ਚ ਜਿਵੇਂ ਜੈਂਟਸ ਦੇ ਵਿੱਚ ਆਪਣੇ ਪੰਜਾਬ 'ਚ ਸ਼ਰਾਬ ਕਰਕੇ ਜ਼ਿਆਦਾ ਲੀਵਰ ਵੀਕ ਹੋ ਰਿਹਾ, ਲੇਡੀਜ਼ ਜ਼ਿਆਦਾ ਲੀਵਰ ਵੀਕ ਹੋ ਰਿਹਾ ਡਾਇਬੀਟੀਜ਼ ਕਰਕੇ। ਮਤਲਬ ਡਾਇਬੀਟੀਜ਼ ਕਰਕੇ ਜੈਂਟਸ ਵੀ ਹੋ ਸਕਦੇ ਆ। ਮੇਰੇ ਕਹਿੰਦਾ ਮਤਲਬ ਕਾਜ਼ ਆ ਜਿਹੜਾ ਅਸੀਂ ਆਪਾਂ ਕਹਿੰਦੇ ਹਾਂ ਲੇਡੀਜ਼ ਦਾ ਡਰਿੰਕ ਕਰਦੀ ਨੇ ਲੀਵਰ ਕਿਵੇਂ ਖਰਾਬ ਹੋ ਗਿਆ ਜੀ। ਸ਼ੂਗਰ ਬਹੁਤ ਕਾਮਨ ਕਾਜ਼ ਆ। ਸ਼ੂਗਰ ਫੈਟੀ ਲੀਵਰ ਕਰਦਾ, ਫੈਟੀ ਲੀਵਰ ਵੀਕ ਕਰਦਾ, ਲੀਵਰ ਵੀਕ ਲੀਵਰ ਸਿਰੋਸਿਸ ਕਰਦਾ, ਤੇ ਲੇਟਰ ਔਨ ਆਫਟਰ 10 ਔਰ 20 ਇਅਰਸ ਪੇਸ਼ੈਂਟ ਲੈਂਡ ਕਰਦਾ। ਉਵੇਂ ਹੀ ਜੇ ਆਪਾਂ ਇੱਕ ਫੈਟੀ ਲੀਵਰ ਬਿਕੋਜ਼ ਆਫ ਸ਼ੂਗਰ ਤੇ ਸ਼ਰਾਬ ਵਾਲੇ ਦਾ ਲੀਵਰ ਦੋਨੇ ਹੱਥ ਫੜ ਲਾਂਗੇ ਤਾਂ ਤੁਸੀਂ ਦੱਸ ਨਹੀਂ ਸਕਦੇ ਕਿਹੜਾ ਅਲਕੋਹਲ ਕਰਕੇ ਐਸਾ ਚ ਨਹੀਂ ਤੁਹਾਨੂੰ, ਮਤਲਬ ਇੱਕ ਲੇਮੈਨ ਲਈ ਉਹ ਸੇਮ ਹੀ ਰਹਿਣਗੇ, ਉਹ ਲੀਵਰ ਦੋਨਾਂ ਦਾ ਵੀਕ ਹੋ ਗਿਆ। ਸੋ ਸ਼ੂਗਰ ਵੀ ਉਵੇਂ ਲੀਵਰ ਨੂੰ ਹਿੱਟ ਕਰਦਾ ਜੀ, ਵੀਕ ਕਰਦਾ ਜਿਵੇਂ ਸ਼ਰਾਬ ਕਰਦੀ ਆ। ਸੋ ਉਹਦਾ ਡਾਇਰੈਕਟ ਲਿੰਕ ਆ। ਵੈਸੇ ਵੀ ਸ਼ੂਗਰ ਦਾ ਜਾਂ ਮੇਨ ਕੰਟਰੋਲ ਆ ਉਹ ਲੀਵਰ ਕਰਕੇ ਹੁੰਦਾ। ਜੇ ਲੀਵਰ ਵੀਕ ਹੋ ਜਾਂਦਾ ਤੇ ਵੈਸੇ ਵੀ ਸ਼ੂਗਰ ਕੰਟਰੋਲ ਵੀ ਬ੍ਰਿਟਲ ਹੋ ਜਾਂਦਾ, ਉਹ ਵੀ ਡਿਫਿਕਲਟ ਹੋ ਜਾਂਦਾ ਮੈਨੇਜ ਕਰਨਾ। ਸੋ ਸ਼ੂਗਰ ਦੇ ਹੀ ਤਾਂ ਬਹੁਤ ਇੰਪੋਰਟੈਂਟ ਆ। ਅਸੀਂ ਸ਼ੂਗਰ ਵਾਲੇ ਤਾਂ ਹਰ ਇੱਕ ਪੇਸ਼ੈਂਟ ਨੂੰ ਕਹਿੰਦੇ ਆ 6 ਮੰਥਲੀ ਵਰਕਅਪ ਕਰਾਓ, ਬਿਲਕੁਲ ਰੈਗੂਲਰ ਚੈੱਕਅਪ ਰੱਖੋ। ਕੁਝ ਕੈਟਾਗਰੀ ਪੇਸ਼ੈਂਟਸ ਹੈ ਜਿਨ੍ਹਾਂ ਦਾ ਲੀਵਰ ਦੇ ਵਿੱਚ ਟੈਸਟ ਰੈਗੂਲਰ ਹੋਣੇ ਚਾਹੀਦੇ। ਉਹਨਾਂ 'ਚ ਇੱਕ ਸ਼ੂਗਰ ਆ, ਇੱਕ ਫੈਟ ਵਾਲੇ, ਇੱਕ ਅਲਕੋਹਲ ਵਾਲੇ ਆ, ਜਾਂ ਜਿਨ੍ਹਾਂ ਦੀ ਫੈਮਿਲੀ 'ਚ ਲੀਵਰ ਖਰਾਬ ਹੋਇਆ ਹੋਵੇ ਉਹਨਾਂ ਨੂੰ। ਇਹ ਇੱਕ ਗਰੁੱਪ ਆ। ਜਾਂ ਆਫਟਰ ਏਜ ਆਫ 40 ਇਹ ਉਹ ਪੋਪੂਲੇਸ਼ਨ ਹੈ ਜਿਨ੍ਹਾਂ ਨੂੰ ਆਪਦਾ ਰੈਗੂਲਰ ਲੀਵਰ ਚੈੱਕਅਪ 6 ਮੰਥਲੀ ਔਰ 1 ਈਅਰਲੀ ਕਰਾਉਣਾ ਚਾਹੀਦਾ ਜੀ। ਤੇ ਡਾਕਟਰ ਸਾਹਿਬ ਜਿਹੜੇ ਕਹਿ ਰਹੇ ਹੋਣਗੇ ਕਿ ਅਸੀਂ ਤਾਂ ਜੀ ਬਾਹਰ ਦਾ ਫੂਡ ਵੀ ਨਹੀਂ ਖਾਂਦੇ, ਅਸੀਂ ਤਾਂ ਘਰ ਦਾ ਹੈਲਦੀ ਫੂਡ ਖਾਂਦੇ ਆ ਔਰ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਆ, ਕੈਲਰੀਜ਼ ਵੀ ਨਹੀਂ ਲੈਂਦੇ, ਪਲੱਸ ਸਾਨੂੰ ਕੋਈ ਡਿਸੀਜ਼ ਵੀ ਨਹੀਂ ਹੈਗੀ ਜਾਂ ਵਰਕਿੰਗ ਵੀ ਕਰਦੇ ਆ, ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਵੀ ਜੇ ਕੋਈ ਇਦਾਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ? ਉਹਨਾਂ ਨੂੰ ਵੀ ਆ ਸਕਦੀ ਹੈ ਜੀ। ਲਾਈਫ ਸਟਾਈਲ ਮਾੜਾ, ਉਹਨਾਂ ਦਾ ਸੈਡੈਂਟਰੀ ਲਾਈਫ ਸਟਾਈਲ, ਸਿਟਿੰਗ ਆ ਜੀ। ਇਹ ਨਹੀਂ ਜ਼ਰੂਰੀ ਈਟਿੰਗ ਨਾਲ ਹੀ ਇਕੱਲਾ ਆਪਣੀ ਲਾਈਫ ਸਟਾਈਲ ਵੀ। ਸਮ ਟਾਈਮ ਬੰਦਾ ਜੇ ਤੁਸੀਂ ਖਾ ਰਹੇ ਹੋ ਬਰਨ ਹੋਣਾ ਚਾਹੀਦਾ ਆਪਣੀ। ਜੇ ਆਪਾਂ ਖਾ ਰਹੇ ਆ ਬਰਨ ਕਰ ਨਹੀਂ ਰਹੇ, ਦੈਟ ਇਜ਼ ਆਲਸੋ ਪ੍ਰੋਬਲਮ। ਜੇ ਨਹੀਂ ਖਾ ਰਹੇ ਪਰ ਫਿਰ ਵੀ ਆਪਾਂ ਕੁਛ ਤਾਂ ਖਾ ਹੀ ਰਹੇ ਆ ਨਾ, ਆਪਣੀ ਕੈਲਰੀਜ਼ ਤਾਂ ਇਨਟੇਕ ਹੈ ਹੀ ਆ, ਭਾਵੇਂ ਹੈਲਦੀ ਇਨਟੇਕ ਆ, ਬਟ ਫਿਰ ਵੀ ਆਪਾਂ ਨੂੰ ਦੇਖੋ ਐਕਸਰਸਾਈਜ਼ ਦੀ ਕੋਈ ਰਿਪਲੇਸਮੈਂਟ ਨਹੀਂ। ਬਿਲਕੁਲ ਕੱਲਾ ਡਾਈਟ ਵਿਲ ਨਾਟ ਵਰਕ, ਡਾਈਟ ਐਂਡ ਐਕਸਰਸਾਈਜ਼ ਇਹ ਬਹੁਤ ਜ਼ਰੂਰੀ ਹੈ ਦੋਨੇ। ਇਹ ਗੱਲ ਉਹ ਹੋ ਗਈ ਕਿ ਆਪਾਂ ਬਾਈਕ ਦੇ ਵਿੱਚ ਪੈਟਰੋਲ ਪਵਾ ਲਿਆ ਪਰ ਬਾਈਕ ਚਲਾਈ ਨਹੀਂ। ਸੋ ਬਾਈਕ ਦੇ ਵਿੱਚ ਤੇਲ ਉਦੋਂ ਖਤਮ ਹੋਊਗਾ ਜਦੋਂ ਬਾਈਕ ਚਲਾਵਾਂਗੇ। ਸੋ ਡਾਕਟਰ ਸਾਹਿਬ ਦਾ ਕਹਿਣ ਦਾ ਮਤਲਬ ਇਹੀ ਹੈ ਜੀ, ਜੇ ਫੂਡ ਇਨਟੇਕ ਕਰ ਰਹੇ ਆ ਤਾਂ ਉਹਨੂੰ ਬਰਨ ਕਰਨਾ ਵੀ ਜ਼ਰੂਰੀ ਆ, ਤਾਂ ਹੀ ਉਹ ਚੀਜ਼ਾਂ ਥੋੜੀਆਂ ਦੂਰ ਰਹਿਣਗੀਆਂ। ਹੋਰ ਡਾਕਟਰ ਸਾਹਿਬ ਹੋਰ ਕੀ ਪ੍ਰੀਕਾਸ਼ਨਸ ਇਹਦੇ ਨਾਲ ਰਿਲੇਟਡ? ਦੇਖੋ ਕੁਝ ਜਿਹੜੀਆਂ ਇੰਪੋਰਟੈਂਟ ਟਿਪਸ ਹੈਗੀਆਂ। ਇੱਕ ਤਾਂ ਇਹਦੇ 'ਚ ਕੀ ਹੈ ਡਾਈਟ ਦੇ ਵਿੱਚ ਆਪਾਂ ਨੂੰ, ਮੈਂ ਪਹਿਲਾਂ ਵੀ ਜਿਵੇਂ ਗੱਲ ਕਰ ਰਿਹਾ ਸੀ, ਡਾਈਟ ਦੇ ਵਿੱਚ ਆਪਾਂ ਨੂੰ ਸ਼ੂਗਰ ਇਨਟੇਕ ਦੀ ਇਨਟੇਕ ਘੱਟ ਕਰਨੀ ਆ, ਫਾਸਟ ਫੂਡ, ਜੰਕ ਫੂਡ ਇਹ ਆਪਾਂ ਰਿਡਿਊਸ ਕਰਨੇ ਆ, ਐਂਡ ਅਲਕੋਹਲ ਐਂਡ ਸਮੋਕ ਅਵੋਇਡ ਕਰਨੇ ਆ। ਸੈਕੰਡ ਫਾਈਬਰ ਇਨਟੇਕ ਵਧਾਓ ਤੇ ਪ੍ਰੋਟੀਨ ਦੀ ਇਨਟੇਕ ਐਡ ਔਨ ਕਰ ਲੈਣੀ ਆ ਡਾਈਟ ਦਾ ਮੇਨ। ਸੈਕੰਡ ਇਜ਼ ਐਕਸਰਸਾਈਜ਼। ਐਕਸਰਸਾਈਜ਼ ਵਿੱਚ ਐਟ ਲੀਸਟ ਆਪਾਂ ਨੂੰ 30 to 40 ਮਿੰਟਸ ਐਟ ਲੀਸਟ ਹਫਤੇ 'ਚ 3 ਦਿਨ ਤੱਕ ਕਰੋ, ਥਰਾਈਸ ਇਨ ਏ ਵੀਕ। ਉਹਦੇ 30-40 ਮਿੰਟਸ ਵਾਕ ਕਰ ਸਕਦੇ ਆ, ਜੋਗਿੰਗ ਕਰ ਸਕਦੇ ਆ, ਸਾਈਕਲਿੰਗ ਕਰ ਸਕਦੇ ਆ, ਰਨਿੰਗ ਕਰ ਸਕਦੇ ਆ, ਸਵਿਮਿੰਗ ਕਰ ਸਕਦੇ ਆ, ਐਰੋਬਿਕ ਐਕਸਰਸਾਈਜ਼ ਜੀ। ਥਰਡ ਆਪਾਂ ਨੂੰ ਵੀ ਨੀਡ ਟੂ ਮੇਨਟੇਨ ਆਪਣਾ ਹੈਲਦੀ ਵੇਟ, ਜਿੰਨਾ ਵੇਟ ਆ ਉਹਨੂੰ ਮੇਨਟੇਨ ਕਰਨਾ, ਤਾਂ ਆਪਣੇ ਵੇਟ ਦਾ ਚੈੱਕ ਰੱਖੋ ਤਾਂ ਕਿ ਜਦੋਂ ਸ਼ੁਰੂ ਹੋਵੇ ਉਹਦੇ ਕੰਟਰੋਲ ਕਰ ਲਈ, ਬਜਾਏ ਕਿ ਆਪਾਂ ਨੂੰ ਉਦੋਂ ਪਤਾ ਲੱਗਿਆ 20 kg ਔਨ ਹੋ ਆਪਾਂ ਐਡ ਔਨ ਹੋ ਗਏ ਆ। ਫੋਰਥ ਆਪਾਂ ਨੂੰ ਰੈਗੂਲਰ ਲੀਵਰ ਦਾ ਚੈੱਕਅਪ ਕਰਾਉਣਾ ਚਾਹੀਦਾ, ਸਪੈਸ਼ਲੀ ਅਗਰ ਏਜ 40 ਤੋਂ ਜ਼ਿਆਦਾ, ਅਗਰ ਆਪਾਂ ਡਾਇਬਟਿਕ ਆ, ਅਗਰ ਆਪਾਂ ਅਲਕੋਹਲ ਦੀ ਇਨਟੇਕ ਰੈਗੂਲਰ ਲੈ ਰਹੇ ਆ, ਜਾਂ ਆਪਣੀ ਫੈਮਿਲੀ 'ਚ ਕਿਸੇ ਨੂੰ ਲੀਵਰ ਪ੍ਰੋਬਲਮ ਆ। ਫਿਫਥ ਆਪਾਂ ਨੂੰ ਕੁਝ ਵੀ ਸੈਲਫ ਮੈਡੀਕੇਸ਼ਨ ਨਹੀਂ ਲੈਣੀ ਚਾਹੀਦੀ। ਆਪਣੇ ਆਪ ਆਪਣੀ ਮਰਜ਼ੀ ਨਾਲ ਜੋ ਵੀ ਦਵਾਈ ਪਈ ਆ ਜਾਂ ਕੋਈ ਵੀ ਹਰਬਲ ਮੈਡੀਸਨ ਖਾ ਰਹੇ ਹੋ ਉਹ ਅਵੋਇਡ ਕਰੋ। ਐਂਡ ਸਿਕਸਥ ਇਜ਼ ਆਪਾਂ ਨੂੰ ਕੰਟੈਮੀਨੇਟਡ ਨੀਡਲਸ ਜਿਵੇਂ ਆਪਾਂ ਇੰਜੈਕਸ਼ਨ ਲਵਾਉਂਦੇ ਆ, ਨਿਊ ਹੋਣੀ ਚਾਹੀਦੀ ਆ, ਉਹ ਆਪਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ। ਐਂਡ ਵੈਕਸੀਨੇਸ਼ਨ ਆ, ਕੁਝ ਹੈਪੇਟਾਈਟਸ ਲਈ ਹੈਗੀਆਂ, ਜਿਵੇਂ ਹੈਪੇਟਾਈਟਸ ਏ ਦੀ ਆ, ਬੀ ਦੀ ਆ, ਉਹ ਰੈਗੂਲਰ ਵੈਕਸੀਨੇਸ਼ਨ ਆਪਾਂ ਨਾਲ ਚੈੱਕ ਕਰਨਾ ਚਾਹੀਦਾ। ਜੀ ਜਿਹੜੀ ਵੈਕਸੀਨੇਟਡ ਨਹੀਂ ਹੈਗੀ ਉਹ ਵੈਕਸੀਨ ਰੈਗੂਲਰ ਲਵਾਓ ਤਾਂ ਕਿ ਆਪਾਂ ਐਟਲੀਸਟ ਕੁਝ ਪ੍ਰੋਬਲਮਸ ਦਾ ਪ੍ਰੀਵੈਂਟ ਕਰ ਸਕਦੇ ਹਾਂ। ਕੀ ਬਾਤ ਹੈ। ਸੋ ਡਾਕਟਰ ਸਾਹਿਬ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ ਜੀ? ਅਸੀਂ ਸੰਗਰੂਰ ਤੋਂ ਗੱਲ ਕਰ ਰਹੇ ਜੀ, ਗੁਰਦੀਪ ਕੌਰ ਰੋਡ। ਅੱਛਾ ਜੀ, ਸਵਾਗਤ ਹੈ ਤੁਹਾਡਾ। ਡਾਕਟਰ ਸਾਹਿਬ ਖੜੇ ਨੇ ਜੀ, ਗੱਲ ਕਰੋ ਤੁਸੀਂ। ਹਾਂਜੀ, ਉਸ ਨਾਲ ਮੈਨੂੰ ਥੋੜੀ ਮਤਲਬ ਕਿ ਫੈਟੀ ਲੀਵਰ ਚੱਲ ਰਿਹਾ ਮੇਰਾ ਜੀ। ਅੱਛਾ ਜੀ। ਹਾਂਜੀ, ਹੁਣ ਨਾ ਥੋੜੀ ਸ਼ੂਗਰ ਦੀ ਪ੍ਰੋਬਲਮ ਆ ਰਹੀ ਹੈ ਜੀ, ਮਤਲਬ ਕਿ 175 ਰਹਿੰਦਾ ਜੀ। ਫੈਟੀ ਲੀਵਰ ਹੈ ਤੇ ਪ੍ਰੋਬਲਮ ਕੀ ਆ ਰਹੀ ਹੈ ਤੁਹਾਨੂੰ? ਸ਼ੂਗਰ ਦੀ ਪ੍ਰੋਬਲਮ ਆ ਰਹੀ ਹੈ। ਸ਼ੂਗਰ ਦੀ ਪ੍ਰੋਬਲਮ ਜੀ ਡਾਕਟਰ। ਠੀਕ ਹੈ, ਸ਼ੂਗਰ ਉਹੀ ਆਪਾਂ ਜਿਵੇਂ ਡਿਸਕਸ ਕਰਕੇ ਹਟੇ ਲਾਸਟ ਕਾਲਰ ਨੂੰ ਇਹਨਾਂ ਹੀ ਡਿਸਕਸ ਕਰ ਰਹੇ ਸੀ, ਤੁਹਾਡੀ ਵੀ ਪ੍ਰੋਬਲਮ ਹੋਈ ਹੈ ਜੀ। ਸ਼ੂਗਰ ਜਾੜਾ ਉਹ ਜਿਵੇਂ ਆਪਣੇ ਸ਼ੂਗਰ ਕਰਕੇ ਫੈਟੀ ਲੀਵਰ ਹੋ ਰਿਹਾ, ਤੁਹਾਨੂੰ ਕੀ ਆ ਇਹਦਾ ਕੰਟਰੋਲ, ਇਹਦੇ ਟ੍ਰੀਟਮੈਂਟ ਇਹੀ ਆ। ਦੇਖੋ ਮੈਂ ਇਹ ਨਹੀਂ ਕਹੂੰਗਾ ਹੁਣ ਸ਼ੂਗਰ ਆ ਤੁਹਾਨੂੰ, ਸ਼ੂਗਰ ਲਈ ਤੁਹਾਨੂੰ ਕੁਝ ਮੈਡੀਸਨ ਵੀ ਲੈਣੀ ਪੈ ਸਕਦੀ ਹੈ, ਇਕੱਲੀ ਤੁਹਾਡੀ ਡਾਈਟ ਤੇ ਐਕਸਰਸਾਈਜ਼ ਵਰਕ ਨਹੀਂ ਕਰੂਗੀ ਕਿਉਂਕਿ ਤੁਸੀਂ ਥੋੜਾ ਲੇਟ ਹੋ। ਕਿਉਂਕਿ ਕੱਲਾ ਫੈਟੀ ਲੀਵਰ ਆ ਜਿਹੜਾ, ਲੋਨ ਫੈਟੀ ਲੀਵਰ ਤਾਂ ਆਪਾਂ ਮੈਨੇਜ ਕਰ ਸਕਦੇ ਹਾਂ ਡਾਈਟ ਐਕਸਰਸਾਈਜ਼ ਨਾਲ ਵੀ। ਵਿਦ ਸ਼ੂਗਰ ਆਪਾਂ ਨੂੰ ਸ਼ੂਗਰ ਦਾ ਵੀ ਟੇਕ ਕੇਅਰ ਕਰਨਾ ਪੈਣਾ। ਉਹਦੇ 'ਚ ਕੁਝ ਤਾਂ ਡਾਈਟ ਐਕਸਰਸਾਈਜ਼ ਰੋਲ ਪਲੇ ਕਰੂਗੀ, ਡੈਫੀਨੇਟਲੀ ਨੰਬਰ 1 ਉਹੀ ਰਹਿਣੀ ਆ।
ਨੰਬਰ 2 ਸਭ ਮੈਡੀਸਨ ਵੀ ਆਪਾਂ ਨੂੰ ਲੈਣੀ ਪੈ ਸਕਦੀ ਹੈ, ਬਿਕੋਜ਼ ਅਨਕੰਟਰੋਲ ਸ਼ੂਗਰ ਵੀ ਹੈ ਨਾ ਜਿਹੜੀ, ਉਹ ਵੀ ਕਿਤੇ ਨਾ ਕਿਤੇ ਲਿਵਰ ਨੂੰ, ਕਿਡਨੀ ਨੂੰ ਖਰਾਬੀ ਪਾ ਸਕਦੀ ਲੌਂਗ ਟਰਮ ਦੇ ਵਿੱਚ, ਲੌਂਗ ਟਰਮ 'ਚ ਜੇ ਆਪਾਂ ਲੰਬੇ ਵਕਤ ਨੂੰ ਆਪਾਂ ਅੱਗੇ ਸੋਚੀਏ 10 ਤੋਂ 20 ਸਾਲ ਬਾਅਦ। ਠੀਕ ਹੈ ਜੀ, ਸ਼ੁਕਰੀਆ ਜੀ, ਕਾਲ ਕਰਨ ਲਈ ਧੰਨਵਾਦ ਹੈ। ਸੋ ਕਿਤੇ ਨਾ ਕਿਤੇ ਕੋਈ ਵੀ ਚੀਜ਼ ਆ ਹੈ ਨਾ, ਜੇ ਕੋਈ ਹੋਰ ਵੀ ਡਿਸੀਜ਼ ਆ, ਕੋਈ ਹੋਰ ਵੀ ਤੁਹਾਨੂੰ ਪ੍ਰੋਬਲਮ ਹੈ, ਤਾਂ ਉਹ ਵੀ ਕਿਤੇ ਨਾ ਕਿਤੇ ਇਫੈਕਟ ਆ, ਜਿਹੜਾ ਸਭ ਤੋਂ ਦੱਸ ਰਹੇ ਨੇ ਮੇਜਰ ਇਫੈਕਟ ਆ ਲੀਵਰ ਦੇ ਉੱਪਰ ਪਾ ਸਕਦੇ ਹੋ। ਔਰ ਜਿਹੜਾ ਲੀਵਰ ਹੈ ਬਹੁਤ ਸਾਰੇ ਜਿਹੜੇ ਫੰਕਸ਼ਨਸ ਆ, ਬਹੁਤ ਸਾਰੇ ਜਿਹੜੇ ਕੰਮ ਆ ਸਾਡੇ ਬੋਡੀ ਦੇ ਅੰਦਰ ਕਰਦਾ ਹੈ, ਫਿਲਟਰ ਦਾ ਵੀ ਕੰਮ ਕਰਦਾ, ਬਹੁਤ ਚੀਜ਼ਾਂ ਨੂੰ ਸਟੋਰ ਰੱਖਣ ਦਾ ਵੀ ਕੰਮ ਕਰਦਾ, ਔਰ ਬਹੁਤ ਹੋਰ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉਹ ਕੰਮ ਕਰਦਾ ਹੈ। ਸੋ ਉਹਦੇ ਨਾਲ ਰਿਲੇਟਡ ਅੱਜ ਅਸੀਂ ਲੀਵਰ ਡੇ ਦੇ ਉੱਪਰ ਗੱਲ ਕਰ ਰਹੇ ਹਾਂ। ਸੋ ਫਿਲਹਾਲ ਮੇਰਾ ਖਿਆਲ ਹੈ ਡਾਕਟਰ ਸਾਹਿਬ ਗੱਲਾਂ ਬਹੁਤ ਹੋ ਗਈਆਂ, ਅਸੀਂ ਇੱਕ ਗਾਣਾ ਰੈਡੀ ਹੈ, ਉਹ ਇੰਜੋਏ ਕਰੀਏ। ਹਾਂ ਬਿਲਕੁਲ ਬਿਲकुल, ਪਲੀਜ਼ ਆ ਜਾਓ ਫਿਰ ਜੀ ਦਰਸ਼ਕੋ, ਇੱਕ Song ਇੰਜੋਏ ਕਰਦੇ ਹਾਂ। ਆਈ ਥਿੰਕ ਕਿ ਦਰਸ਼ਕੋ ਤੁਹਾਨੂੰ ਅੱਜ ਬਹੁਤ ਹੀ ਜ਼ਿਆਦਾ ਮਜ਼ਾ ਵੀ ਆਇਆ ਹੋਊਗਾ, ਔਰ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚੀ ਵੀ ਹੋਊਗੀ, ਜਿਹੜੀ ਕਿ ਡਾਕਟਰ GS ਸਿੱਧੂ ਜੀ ਜਿਹੜੇ ਪਟਿਆਲਾ ਤੋਂ ਖਾਸ ਸਾਡੇ ਦਰਮਿਆਨ ਪਹੁੰਚੇ, ਜਿਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ, ਘਰ ਬੈਠੇ ਤੁਹਾਨੂੰ ਦੱਸਿਆ। ਸੋ ਆਈ ਥਿੰਕ ਇਹਨਾਂ ਚੀਜ਼ਾਂ ਨੂੰ ਜੇ ਇੰਪਲੀਮੈਂਟ ਕਰ ਲਓਗੇ ਆਪਦੇ ਲਾਈਫ ਸਟਾਈਲ ਦੇ ਵਿੱਚ, ਜਿਹੜੀਆਂ ਡਾਕਟਰ ਸਾਹਿਬ ਨੇ ਦੱਸੀਆਂ ਨੇ, ਸੋ ਕਿਤੇ ਨਾ ਕਿਤੇ 50% ਵੀ ਕਹਿ ਸਕਦੇ ਹਾਂ ਕਿ ਆਪਦੇ ਜਿਹੜੀਆਂ ਪ੍ਰੋਬਲਮਸ ਹੈ ਉਹ ਘਟਣੀਆਂ ਸ਼ੁਰੂ ਹੋ ਜਾਣਗੀਆਂ। ਸੋ ਹਰ ਇੱਕ ਚੀਜ਼ ਜਿਹੜੀ ਕਿ ਰੱਬ ਨੇ ਬਖਸ਼ੀ ਹੋਈ ਆ, ਉਹਦੀ ਇੱਕ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ, ਚਾਹੇ ਕੋਈ ਆਰਗਨ ਹੈ, ਚਾਹੇ ਕੋਈ ਹੋਰ ਕੁਦਰਤੀ ਚੀਜ਼ ਹੈ, ਹਰ ਇੱਕ ਚੀਜ਼ ਦੀ ਇੱਕ ਇੰਪੋਰਟੈਂਸ ਹੈ। ਸੋ ਉਸ ਚੀਜ਼ਾਂ ਦੀ, ਉਹਨਾਂ ਚੀਜ਼ਾਂ ਦੀ ਔਰ ਉਸ ਚੀਜ਼ ਦੀ ਇੰਪੋਰਟੈਂਸ ਨੂੰ ਸਮਝਣਾ ਸ਼ੁਰੂ ਕਰ ਦਈਏ ਤਾਂ ਇਹ ਸਾਰੇ ਰੌਲੇ ਖਤਮ ਹੋ ਜਾਣਗੇ। ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਔਰ ਜਾਣ ਤੋਂ ਪਹਿਲਾਂ ਜੇ ਕੋਈ ਖਾਸ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਨੂੰ, ਸਾਰਿਆਂ ਨੂੰ? ਬਸ ਜਿਵੇਂ ਕਿ ਰਿਦਮ ਜੀ ਨੇ ਕਿਹਾ ਵੀ ਆਪਣਾ ਮੇਨ ਪਾਰਟ ਆਪਣੇ ਇਹਦੇ 'ਚ ਕੀ ਆ, ਆਪਣਾ ਟੇਕ ਕੇਅਰ ਕਰਨਾ ਬਹੁਤ ਜ਼ਰੂਰੀ ਆ। ਐਟਲੀਸਟ ਆਪਣਾ ਰੈਗੂਲਰ ਚੈੱਕਅਪ ਸਮ ਟਾਈਮ ਜ਼ਰੂਰ ਕਰਾ ਲੈਣਾ ਚਾਹੀਦਾ, ਕਿਉਂਕਿ ਇਹ ਸਾਇਲੈਂਟ ਆ, ਕਿਉਂਕਿ ਇਹ ਪ੍ਰੋਬਲਮ ਮੈਂ ਦੱਸਿਆ ਲੀਵਰ ਬਹੁਤ ਸਟਰੋਂਗ ਆਰਗਨ ਆ, ਪ੍ਰੋਬਲਮ ਸਾਇਲੈਂਟ ਹੀ ਸਮ ਟਾਈਮ ਲੌਂਗ ਟਰਮ 'ਚ ਖਰਾਬ ਕਰ ਜਾਂਦੀ ਹੈ। ਸੋ ਐਂਡ ਇਹ ਜਿਹੜੇ ਟਾਕਸ ਆ, ਜਿਹੜੀ ਹੈਲਥ ਟਾਕਸ ਆ, ਤੁਹਾਨੂੰ ਸੁਣਨੀਆਂ ਚਾਹੀਦੀਆਂ, ਐਂਡ ਇਹਨੂੰ ਸੁਣ ਕੇ ਭੁੱਲਣਾ ਨਹੀਂ, ਇਹਨੂੰ ਆਪਣੇ ਆਪ ਤੇ ਅਪਲਾਈ ਕਰੋ। ਥੈਂਕ ਯੂ, ਗੋਡ ਬਲੈਸ ਯੂ ਆਲ। ਸੋ ਦਰਸ਼ਕੋ, ਕਿ ਸਿਰਫ ਬਾਹਰ ਤੋਂ ਹੀ ਫਿੱਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਫਿੱਟ ਆ, ਅੰਦਰ ਕੀ ਚੱਲ ਰਿਹਾ ਹੈ ਯੂ ਨੈਵਰ ਨੋ, ਕਿਸੇ ਨੂੰ ਕੁਝ ਨਹੀਂ ਪਤਾ। ਸੋ ਉਹਦੇ ਲਈ ਜੇ ਤੁਹਾਨੂੰ ਕੁਝ ਵੀ ਸਿੰਪਟਮ ਆਉਂਦੇ ਆ ਤਾਂ ਉਹਦਾ ਪ੍ਰੋਪਰ ਚੈੱਕਅਪ ਕਰਾਉਂਦੇ ਰਹੋ। ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲ ਕੀਤੇ, ਜਿਨ੍ਹਾਂ ਨੇ ਵੀ ਪ੍ਰੋਗਰਾਮ ਇੰਜੋਏ ਕੀਤਾ, ਔਰ ਜਿਹੜੇ ਟਰਾਈ ਕਰ ਰਹੇ ਨੇ ਕਾਲ, ਤੁਹਾਡਾ ਵੀ ਧੰਨਵਾਦ ਹੈ। ਸੋ ਇਸੇ ਤਰੀਕੇ ਦੇ ਨਾਲ ਹੋਰ ਨੌਲੇਜ ਵਾਲੀਆਂ ਗੱਲਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਪ੍ਰੋਗਰਾਮ ਫੋਨ ਕਾ ਫੰਡਾ 'ਚ। ਅੱਜ ਲਈ ਫਿਲਹਾਲ ਇੰਨਾ ਹੀ। ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਧੰਨਵਾਦ ਦਰਸ਼ਕੋ ਤੁਹਾਡਾ ਵੀ। ਸੋ ਮਿਲਾਂਗੇ ਹੁਣ ਅਗਲੇ ਐਪੀਸੋਡ 'ਚ, ਉਦੋਂ ਤੱਕ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਫਿਲਹਾਲ ਮੈਨੂੰ, ਰਿਦਮ ਨੂੰ ਤੇ ਡਾਕਟਰ GS ਸਿੱਧੂ ਜੀ ਨੂੰ ਦਿਓ ਆਗਿਆ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। फोन का फंडा, फोन का फंडा, मेरा गाना चला दो। हाँ 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 हाँ।